ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਦੇ ਵਿੱਚ ਅੱਜ ਆਪਾਂ 24 ਸਤੰਬਰ ਦੇ ਕਰੰਟ ਅਫੇਅਰਸ ਕਰਨੇ ਆ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀ ਰਮਨਦੀਪ ਕੌਰ। ਮੇਕ ਸ਼ੋਰ ਕਿ ਇਸ ਤੋਂ ਪਹਿਲਾਂ ਤੁਸੀਂ ਸਤੰਬਰ ਮੰਥ ਦੇ ਸਾਰੇ ਕਰੰਟ ਅਫੇਅਰਸ ਦੇਖ ਲਏ ਹੋਣ। ਵੀਕਲੀ ਵੀਡੀਓਜ਼ ਹੁੰਦੀਆਂ ਜੋ MCQ ਦੀਆਂ, ਉਹ ਜ਼ਰੂਰ ਅਟੈਂਪਟ ਕਰਿਆ ਕਰੋ। ਉਹਦੇ ਨਾਲ ਤੁਸੀਂ ਆਪਣਾ ਬੈਟਰ ਵੇ ਨਾਲ ਸੈਲਫ ਐਨਾਲਿਸਿਸ ਕਰ ਸਕਦੇ ਹੋ। ਅਗਸਤ ਮੰਥ ਦੇ, ਸਤੰਬਰ ਮੰਥ ਦੇ ਸਾਰੀਆਂ ਵੀਡੀਓਜ਼ ਦੇਖਣੀਆਂ ਨੇ ਤਾਂ ਕਿ ਜਿਹੜੀ ਤੁਹਾਡੀ ਰਿਵੀਜ਼ਨ ਹੈ ਬੈਟਰ ਵੇ ਨਾਲ ਹੋ ਸਕੇ। ਠੀਕ ਹੈ ਜੀ, ਕਿਉਂਕਿ ਰਿਵੀਜ਼ਨ ਤਾਂ ਦੇਖੋ ਉਹਨੂੰ ਹੀ ਕਹਿੰਦੇ ਨੇ ਕਿ ਜੇ ਤੁਸੀਂ ਪ੍ਰੀਵੀਅਸ ਵਾਲਾ ਪੜ੍ਹਿਆ ਹੋਇਆ ਹੈ ਨਾ, ਜੇ ਉਹ ਨਹੀਂ ਪੜ੍ਹਿਆ ਹੋਊਗਾ ਤਾਂ ਫਿਰ ਵਧੀਆ ਤਰੀਕੇ ਨਾਲ ਰਿਵੀਜ਼ਨ ਨਹੀਂ ਹੋ ਪਾਉਣੀ। ਇਸ ਲਈ ਕੋਈ ਵੀ ਸੀਰੀਜ਼, ਕੋਈ ਵੀ ਵੀਡੀਓ ਸਕਿਪ ਨਾ ਕਰਿਆ ਕਰੋ। ਕਲੀਅਰ ਹੈ? ਵਿਦਆਊਟ ਵੇਸਟਿੰਗ ਐਨੀ ਟਾਈਮ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਸੈਸ਼ਨ ਆਪਣਾ ਪਹਿਲੀ ਨਿਊਜ਼ ਦੇ ਨਾਲ। ਸਭ ਤੋਂ ਪਹਿਲਾਂ ਆਪਾਂ ਕਰਨੇ ਇੰਪੋਰਟੈਂਟ ਡੇਜ਼। ਹਾਂਜੀ, ਸਭ ਤੋਂ ਪਹਿਲਾਂ ਇੰਪੋਰਟੈਂਟ ਡੇਜ਼ ਦੇ ਵਿੱਚ ਕੀ ਹੈ? 22 ਸਤੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਵਰਲਡ ਰੋਜ਼ ਡੇ। 22 ਸਤੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਵਰਲਡ ਰੋਜ਼ ਡੇ। ਅੱਛਾ, ਇਹ ਰੋਜ਼ ਫਲਾਵਰ ਵਾਲਾ ਰੋਜ਼ ਨਹੀਂ ਹੈਗਾ, ਮਿਲਿੰਡਾ ਰੋਜ਼ ਦੀ ਯਾਦ 'ਚ ਮਨਾਇਆ ਜਾਂਦਾ। ਇਹ ਮਿਲਿੰਡਾ ਰੋਜ਼, ਇਹਨਾਂ ਦੀ ਯਾਦ ਦੇ ਵਿੱਚ ਡੇ ਹੈ ਜਿਹੜਾ ਮਨਾਇਆ ਜਾਂਦਾ। ਇਸ ਲੇਡੀ ਨੂੰ ਕੀ ਸੀਗਾ? ਬਲੱਡ ਕੈਂਸਰ ਸੀ। ਮਿਲਿੰਡਾ ਰੋਜ਼ ਨੂੰ ਬਲੱਡ ਕੈਂਸਰ ਸੀਗਾ। ਠੀਕ ਹੈ, ਬਟ ਬਲੱਡ ਕੈਂਸਰ ਹੋਣ ਦੇ ਬਾਵਜੂਦ ਵੀ ਇਹ ਜਿਹੜੇ ਹੋਰ ਪੇਸ਼ੈਂਟ ਸੀਗੇ ਕੈਂਸਰ ਤੋਂ ਪੀੜਿਤ ਸੀਗੇ ਹੈ ਨਾ, ਉਹਨਾਂ ਨੂੰ ਇਹ ਆਪਣੀ ਬਿਮਾਰੀ ਦੇ ਦੌਰਾਨ ਵੀ ਪ੍ਰੇਰਿਤ ਕਰਦੀ ਸੀ, ਲੈਟਰਸ ਵਗੈਰਾ ਕਰਕੇ, ਈਮੇਲ ਵਗੈਰਾ ਕਰਕੇ, ਕਿ ਬਿਮਾਰੀ ਨਾਲ ਲੜਨਾ, ਲਾਈਕ ਜ਼ਿੰਦਗੀ ਲਈ ਇੱਕ ਹੁੰਦਾ ਨਾ ਵੀ ਪੋਜ਼ੀਟਿਵਿਟੀ ਦਿਖਾਉਣਾ ਹੈ ਨਾ, ਤਾਂ ਉਵੇਂ ਇਹ ਪ੍ਰੇਰਿਤ ਕਰਦੀ ਸੀ, ਜਿਹਦੇ ਕਰਕੇ ਇਹਨਾਂ ਦੀ ਯਾਦ ਦੇ ਵਿੱਚ ਹੈਗਾ ਇਹ ਡੇ ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਮਿਲਿੰਡਾ ਰੋਜ਼ ਦੀ ਯਾਦ ਦੇ ਵਿੱਚ। ਤਾਂ ਇਹ ਯਾਦ ਰੱਖਣਾ ਤੁਸੀਂ, ਵਰਲਡ ਰੋਜ਼ ਡੇ ਕਦੋਂ ਮਨਾਇਆ ਜਾਂਦਾ? 22 ਸਤੰਬਰ ਨੂੰ। ਠੀਕ ਹੈ। ਅੱਛਾ, 22 ਸਤੰਬਰ ਨੂੰ ਇੱਕ ਹੋਰ ਡੇ ਵੀ ਮਨਾਇਆ ਜਾਂਦਾ। ਕਿਹੜਾ ਡੇ ਮਨਾਇਆ ਜਾਂਦਾ? ਵਰਲਡ ਰਹੀਨੋ ਡੇ। ਕਿਹੜਾ? ਵਰਲਡ ਰਹੀਨੋ ਡੇ ਆ, ਤੁਸੀਂ ਪਿਕਚਰ ਦੇਖ ਸਕਦੇ ਹੋ ਇਹਨਾਂ ਦੀ। ਇਹ ਡੇ ਮਨਾਇਆ ਜਾਂਦਾ 22 ਸਤੰਬਰ ਨੂੰ। ਅੱਛਾ, ਤੁਸੀਂ ਇਹ ਯਾਦ ਰੱਖਣੇ ਨੇ। ਦੇਖੋ 22 ਆਪਾਂ ਐਵੇਂ ਪਾਉਣੇ ਨਾ, 2 ਵਾਰੀ 2 ਪਾ ਕੇ, ਤਾਂ ਇੱਥੇ ਦੋ ਡੇਜ਼ ਯਾਦ ਰੱਖਣੇ ਨੇ। ਦੋਨੇ ਆਰ ਤੋਂ ਨੇ ਹੈ ਨਾ। ਕਿਹੜੇ ਕਿਹੜੇ? ਇੱਕ ਤਾਂ ਰਹੀਨੋ ਡੇ ਕੀਤਾ ਆਪਾਂ ਨੇ, ਇੱਕ ਰੋਜ਼ ਡੇ ਕੀਤਾ। ਤਾਂ ਦੋਨੇ ਹੀ 22 ਤੋਂ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ, ਚਾਹੇ ਉਹ ਰਹੀਨੋ ਡੇ ਹੈ ਚਾਹੇ ਉਹ ਰੋਜ਼ ਡੇ ਹੈ। ਕਲੀਅਰ ਹੈ? ਦੋਨੇ ਨਹੀਂ ਭੁੱਲਣੇ ਹੈਗੇ। ਹਾਂਜੀ, ਨੈਕਸਟ ਕੀ ਯਾਦ ਰੱਖਣਾ ਤੁਸੀਂ ਇਹਦੇ ਵਿੱਚ? ਜਿਹੜਾ ਵਰਲਡ ਰਹੀਨੋ ਡੇ ਹੈ ਨਾ, ਇਹਦੀ ਰਹੀਨੋ ਦੇ ਰਿਗਾਰਡਿੰਗ ਅਵੇਅਰਨੈਸ ਫੈਲਾਉਣ ਦੇ ਲਈ ਇਹ ਜਿਹੜਾ ਮਨਾਇਆ ਜਾਂਦਾ ਕਿ ਇਹਨਾਂ ਦੀ ਜਿਹੜੀਆਂ ਸਪੀਸ਼ੀਜ਼ ਨੇਗੀਆਂ ਉਹਨਾਂ ਨੂੰ ਸੇਵ ਕੀਤਾ ਜਾ ਸਕੇ, ਇਹਨਾਂ ਦੀ ਜਿਹੜੀਆਂ ਪ੍ਰਜਾਤੀਆਂ ਨੇ ਉਹਨਾਂ ਨੂੰ ਸੇਵ ਕੀਤਾ ਜਾ ਸਕੇ। ਠੀਕ ਹੈ, ਕਿਹੜੀਆਂ ਸਪੀਸ਼ੀਜ਼? ਬਲੈਕ ਰਹੀਨੋ, ਵਾਈਟ ਰਹੀਨੋ, ਇਸ ਤੋਂ ਇਲਾਵਾ ਗ੍ਰੇਟਰ ਵਨ ਹੌਰਨਡ ਰਹੀਨੋ, ਗ੍ਰੇਟਰ ਵਨ ਹੌਰਨਡ ਲਾਈਕ ਸਿੰਘ ਔਂਡ ਰਹੀਨੋ। ਠੀਕ ਹੈ, ਇੱਕ ਹੋਰ ਲਿਖਦੇ ਹਾਂ ਆਪਾਂ, ਸੁਮੰਤਰਨ ਰਹੀਨੋ ਤੇ ਜਵਾਨ ਰਹੀਨੋ। ਠੀਕ ਹੈ, ਜੇ ਹੈ ਇਹ। ਓਕੇ, ਇਹ ਸਾਰੇ ਜਿਹੜੀਆਂ ਸਪੀਸ਼ੀਜ਼ ਨੇ ਉਹਨਾਂ ਨੂੰ ਸੇਵ ਕਰਨ ਦੇ ਲਈ, ਅਵੇਅਰਨੈਸ ਫੈਲਾਉਣ ਦੇ ਲਈ ਜਿਹੜਾ ਇਹ ਡੇ ਹੈ ਸੈਲੀਬ੍ਰੇਟ ਕੀਤਾ ਜਾਂਦਾ ਹੈ। ਤੇ ਤੁਸੀਂ ਯਾਦ ਰੱਖਣਾ 22 ਤੋਂ 2 ਡੇਜ਼ ਆਰ ਤੇ ਰਹੀਨੋ, ਆਰ ਤੇ ਰੋਜ਼ ਡੇ। ਠੀਕ ਹੈ, ਆਰਾਮ ਨਾਲ ਯਾਦ ਰਹਿ ਜਾਊਗਾ ਹੁਣ ਤੁਹਾਨੂੰ। ਅੱਛਾ, 19 ਸਤੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਬੇਸਿਕਲੀ 19 ਸਤੰਬਰ ਨਹੀਂ ਹੈਗਾ, ਥਰਡ ਸੈਟਰਡੇ ਨੂੰ ਕਿਹੜਾ ਡੇ ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ? ਇੰਟਰਨੈਸ਼ਨਲ ਰੈੱਡ ਪਾਂਡਾ ਡੇ। ਕਿਹੜਾ? ਇੰਟਰਨੈਸ਼ਨਲ ਰੈੱਡ ਪਾਂਡਾ ਡੇ। ਅੱਛਾ, ਇਹ ਤਾਂ ਯਾਦ ਰੱਖਣਾ ਹੀ ਰੱਖਣਾ ਤੁਸੀਂ। ਇਹਦੇ ਨਾਲ ਹੋਰ ਵੀ ਕੀ ਯਾਦ ਰੱਖਣਾ ਹੈਗਾ? ਰੈੱਡ ਪਾਂਡਾ ਡੇ ਜਿਹੜਾ ਮਨਾਇਆ ਜਾਂਦਾ, ਇੱਕ ਇਹ 2010 ਤੋਂ ਹੈ ਜਿਹੜਾ ਮਨਾਇਆ ਜਾਣਾ ਸਟਾਰਟ ਹੋਇਆ ਸੀ। 2010 ਤੋਂ ਮਨਾਇਆ ਜਾਣਾ ਸਟਾਰਟ ਹੋਇਆ ਸੀਗਾ। ਠੀਕ ਹੈ, ਇਹ ਹਰ ਵਾਰ 19 ਸਤੰਬਰ ਨੂੰ ਨਹੀਂ ਮਨਾਇਆ ਜਾਂਦਾ। ਇਹ ਜਿਹੜਾ ਸੈਪਟੰਬਰ ਮੰਥ ਦਾ ਥਰਡ ਸੈਟਰਡੇ ਹੁੰਦਾ ਨਾ, ਉਦੋਂ ਹੀ ਮਨਾਇਆ ਜਾਂਦਾ ਇਹ। ਦੇਖੋ, ਸੈਪਟੰਬਰ ਮੰਥ ਤੋਂ ਇੰਪੋਰਟੈਂਟ ਡੇਜ਼ ਤਾਂ ਆਪਾਂ ਕਰਨੇ ਹੀ ਕਰਨੇ ਆ, ਬਟ ਕਈ ਸਾਰੇ ਡੇਜ਼ ਇਹੋ ਜਿਹੇ ਆਏ ਨੇ ਵੀ ਜਿਹੜਾ ਸੈਪਟੰਬਰ ਦੇ ਸੈਕਿੰਡ ਸੈਟਰਡੇ ਮਨਾਇਆ ਜਾਂਦਾ, ਜਿਹੜਾ ਥਰਡ ਸੈਟਰਡੇ ਮਨਾਇਆ ਜਾਂਦਾ, ਤਾਂ ਉਹ ਅਲੱਗ ਤੋਂ ਕੱਢ ਕੇ ਜ਼ਰੂਰ ਲਿਖ ਲਿਓ, ਕਿਉਂਕਿ ਉਹ ਚੀਜ਼ਾਂ ਇੰਪੋਰਟੈਂਟ ਰਹਿੰਦੀਆਂ ਨੇ। ਠੀਕ ਹੈ, ਤਾਂ ਇਹ ਯਾਦ ਰੱਖਣਾ ਤੁਸੀਂ। ਅੱਛਾ, ਪ੍ਰੀਵੀਅਸ ਡੇਜ਼ ਦੇ ਵਿੱਚ ਆਏ ਕੁਝ ਕੁ ਡੇਜ਼ ਆਪਾਂ ਰਿਵਾਈਜ਼ ਕਰਦੇ ਹਾਂ। ਹੁਣ ਤੁਹਾਨੂੰ ਮੈਂ 1 ਸੈਪਟੰਬਰ ਤੋਂ ਰਿਵਾਈਜ਼ ਨਹੀਂ ਕਰਾਉਂਦੀ, ਕਿਉਂਕਿ ਜਿਹੜੇ 1 ਸੈਪਟੰਬਰ ਤੋਂ ਨੇ ਕਾਫੀ ਵਾਰੀ ਆਪਾਂ ਰਿਵਾਈਜ਼ ਕਰ ਚੁੱਕੇ ਹਾਂ ਹੈ ਨਾ। ਫਿਰ ਉਹ ਵਾਰੀ ਕਰਕੇ ਮੈਨੂੰ ਨਹੀਂ ਲੱਗਦਾ ਹੈ ਨਾ, ਤੁਹਾਨੂੰ ਡਿਸਟਰਬੈਂਸ ਹੁੰਦੀ ਹੋਊਗੀ, ਐਂ ਲੱਗਦਾ ਹੋਊਗਾ ਕਿ ਇਹ ਤਾਂ ਕਿੰਨੇ ਵਾਰੀ ਕਰਾਤਾ। ਤਾਂ ਆਪਾਂ ਇੱਦਾਂ ਕਰਦੇ ਹਾਂ, ਹੁਣ ਅੱਜ 21 ਸੈਪਟੰਬਰ ਤੋਂ ਬਾਅਦ, ਚਲੋ 15 ਤੋਂ ਚੱਕ ਲੈਂਦੇ ਹਾਂ ਹੈ ਨਾ, 15 ਤੋਂ ਬਾਅਦ ਵਾਲੇ ਘੱਟ ਹੋਏ ਨੇ ਰਿਵਾਈਜ਼। 15 ਸੈਪਟੰਬਰ ਨੂੰ 2 ਡੇਜ਼ ਮਨਾਏ ਜਾਂਦੇ ਨੇ। ਕਿਹੜੇ? ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ ਤੇ ਨੈਸ਼ਨਲ ਇੰਜੀਨੀਅਰਸ ਡੇ। ਇਹ ਦੋਨੋਂ ਯਾਦ ਰੱਖਣੇ ਨੇ। 16 ਸੈਪਟੰਬਰ ਦਾ ਡੇ ਹੈ ਜਿਹੜਾ ਕਾਫੀ ਇੰਪੋਰਟੈਂਟ ਹੈ, ਦੈਟ ਇਜ਼ ਇੰਟਰਨੈਸ਼ਨਲ ਓਜ਼ੋਨ ਡੇ। ਕਿਹੜਾ? ਓਜ਼ੋਨ ਦਿਵਸ ਹੈ ਜਿਹੜਾ, ਇਹ 16 ਹੀ ਸਤੰਬਰ ਨੂੰ ਮਨਾਇਆ ਜਾਂਦਾ, ਯਾਦ ਰੱਖਣਾ। ਅੱਛਾ, 17 ਸਤੰਬਰ ਦੀ ਜੇ ਮੈਂ ਗੱਲ ਕਰਾਂ, ਦੈਟ ਇਜ਼ ਵਰਲਡ ਪੇਸ਼ੈਂਟ ਸੇਫਟੀ ਡੇ ਕਦੋਂ ਮਨਾਇਆ ਜਾਂਦਾ? 17 ਸਤੰਬਰ ਨੂੰ। ਠੀਕ ਹੈ। ਅੱਛਾ, ਜਿਹੜੇ ਇਹਦੇ ਥੀਮਸ ਵਗੈਰਾ ਹੁੰਦੇ ਨੇ ਨਾ, ਉਹ ਖੁਦ ਪੜ੍ਹ ਲਿਆ ਕਰੋ, ਕਿਉਂਕਿ ਜੇ ਮੈਂ ਥੀਮ ਵੀ ਰਿਵਾਈਜ਼ ਕਰਾਉਣ ਲੱਗੀ ਕਾਫੀ ਜ਼ਿਆਦਾ ਵੱਧ ਜਾਣਾ ਕੰਮ ਆਪਣਾ। 18 ਸਤੰਬਰ ਨੂੰ 3 ਡੇਜ਼ ਮਨਾਏ ਗਏ। ਮੈਂ ਤੁਹਾਨੂੰ ਜਿਵੇਂ ਟ੍ਰਿਕ ਕਰਾਉਂਦੀ ਹਾਂ ਬਸ ਉਵੇਂ ਹੀ ਰਿਵਾਈਜ਼ ਕਰਿਆ ਕਰੋ। ਮੈਂ ਤੁਹਾਨੂੰ ਕਿਹਾ ਸੀ ਕਿ ਬੈਂਬੋ ਨੂੰ ਇਕੁਅਲੀ ਵਾਟਰ ਦੇਣਾ ਹੈ ਨਾ। ਤਾਂ ਇੱਕ ਤਾਂ ਹੋ ਗਿਆ ਵਰਲਡ ਬੈਂਬੋ ਡੇ,
ਇਕੁਅਲ ਤੋਂ ਕੀ ਯਾਦ ਆ ਜਾਊਗਾ ਤੁਹਾਨੂੰ, ਇੰਟਰਨੈਸ਼ਨਲ ਇਕੁਅਲ ਪੇ ਡੇ, ਅਤੇ ਵਾਟਰ ਤੋਂ ਵਰਲਡ ਵਾਟਰ ਮੋਨੀਟਰਿੰਗ ਡੇ। ਇਹ ਸਾਰੇ ਦੇ ਸਾਰੇ ਕਦੋਂ ਸੈਲੀਬ੍ਰੇਟ ਕੀਤੇ ਜਾਂਦੇ ਨੇ? 18 ਆਪਣੇ ਸੈਪਟੰਬਰ ਨੂੰ, ਠੀਕ ਹੈ, ਇਹ ਯਾਦ ਰੱਖਣਾ। ਅੱਛਾ 19 ਸੈਪਟੰਬਰ ਦੀ ਜੇ ਗੱਲ ਕਰੀਏ, ਰੁਕੋ, 19 ਸੈਪਟੰਬਰ ਨੂੰ ਮੈਂ ਤੁਹਾਨੂੰ ਕਰਾਇਆ ਸੀਗਾ ਇੱਕ ਇੰਟਰਨੈਸ਼ਨਲ ਕੋਸਟਲ ਕਲੀਨਅਪ ਡੇ। ਕਿਹੜਾ? ਇੰਟਰਨੈਸ਼ਨਲ ਕੋਸਟਲ ਕਲੀਨਅਪ ਡੇ। ਅੱਛਾ 2020। ਇਹ ਕਦੋਂ ਮਨਾਇਆ ਜਾਂਦਾ? 19 ਸੈਪਟੰਬਰ ਨੂੰ ਨਹੀਂ, ਇਹ 3rd ਸੈਟਰਡੇ ਨੂੰ ਮਨਾਇਆ ਜਾਂਦਾ, ਯਾਦ ਰੱਖਣਾ ਧਿਆਨ ਨਾਲ। ਦੇਖੋ 3rd ਸੈਟਰਡੇ ਵਾਲੇ ਹੀ ਆਏ ਨੇ ਦੋ, ਇੱਕ ਤਾਂ ਰੈੱਡ ਪਾਂਡਾ ਡੇ ਹੋ ਗਿਆ, ਇੱਕ ਕੋਸਟਲ ਵਾਲਾ ਹੋ ਗਿਆ, ਤਾਂ 19 ਸੈਪਟੰਬਰ ਨੂੰ ਦੋਨਾਂ ਨੂੰ ਲਿੰਕ ਕਰ ਲਿਓ, ਯਾਦ ਤੁਹਾਨੂੰ ਰਹਿ ਜਾਊਗਾ। 19 ਵਾਲੇ ਹੀ 2 ਸੈਟਰਡੇ ਵਾਲੇ ਨੇ, ਠੀਕ ਹੈ। ਅੱਛਾ ਇਹ ਯਾਦ ਹੋ ਗਿਆ। ਅੱਛਾ ਉਸ ਤੋਂ ਬਾਅਦ ਆਪਾਂ 21 ਤੇ ਆ ਜਾਂਦੇ ਹਾਂ। 21 ਸੈਪਟੰਬਰ ਨੂੰ ਜਿਹੜਾ ਡੇ ਮਨਾਇਆ ਜਾਂਦਾ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ, ਇੰਟਰਨੈਸ਼ਨਲ ਡੇ ਆਫ ਪੀਸ। ਇੰਟਰਨੈਸ਼ਨਲ ਡੇ ਆਫ ਪੀਸ ਯਾਦ ਰੱਖਣਾ। ਇਹਦੀ ਥੀਮ ਵੀ ਸੀਗੀ ਕਿਹੜੀ? ਸ਼ੇਪਿੰਗ ਪੀਸ ਟੂਗੈਦਰ। ਕੀ ਸੀਗੀ? ਸ਼ੇਪਿੰਗ ਪੀਸ ਟੂਗੈਦਰ। ਅੱਛਾ ਇਹਨੂੰ UN ਦੁਆਰਾ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ, ਤਾਂ ਇਹ ਵੀ ਤੁਸੀਂ ਯਾਦ ਰੱਖ ਲੈਣਾ। ਅੱਛਾ ਹੋ ਗਿਆ ਜੀ। ਅੱਛਾ ਇਸ ਤੋਂ ਬਾਅਦ ਆਪਾਂ 21 ਸੈਪਟੰਬਰ ਨੂੰ ਇੱਕ ਹੋਰ ਡੇ ਕੀਤਾ ਸੀ, ਕਿਹੜਾ? ਵਰਲਡ ਐਲਜ਼ਾਈਮਰਸ ਡੇ। ਵਰਲਡ ਐਲਜ਼ਾਈਮਰਸ ਡੇ ਕੀਤਾ ਸੀ ਨਾ। ਲੈਟ ਅਸ ਟਾਕ ਅਬਾਊਟ ਡਿਮੈਂਟੀਆ, ਇਹਦਾ ਥੀਮ ਸੀਗਾ। ਤਾਂ ਸਾਰੇ ਡੇਜ਼ ਹੋ ਗਏ। ਉਸ ਤੋਂ ਬਾਅਦ ਆਪਾਂ ਅੱਜ 22 ਸੈਪਟੰਬਰ ਦਾ ਕਰ ਰਹੇ ਹਾਂ, ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈਗਾ, ਕਿਹੜਾ? ਵਰਲਡ ਰੋਜ਼ ਡੇ ਅਤੇ ਵਰਲਡ ਰਹੀਨੋ ਡੇ। ਅੱਛਾ 16 ਸਤੰਬਰ ਤੋਂ ਲੈ ਕੇ ਨਾ 30 ਸਤੰਬਰ ਤੱਕ ਇੰਡੀਅਨ ਜਿਹੜਾ ਰੇਲਵੇ ਇਹਨੇ ਅਨਾਊਂਸ ਕੀਤਾ ਸੈਲੀਬ੍ਰੇਟ ਕਰਨਾ ਕੀ? ਸਵੱਛਤਾ ਪਖਵਾੜਾ। ਇਹਨੂੰ ਵੀ ਯਾਦ ਰੱਖਣਾ। ਮੈਨੂੰ ਨਹੀਂ ਲੱਗਦਾ ਤੁਸੀਂ ਡੇਜ਼ ਕਰਨੀ ਹੋ ਕਿਤੋਂ ਵੀ ਮਾਰ ਖਾ ਲਓਗੇ, ਇੰਨੇ ਤਰੀਕੇ ਨਾਲ ਅਤੇ ਇੰਨੇ ਵਾਰ ਮੈਂ ਤੁਹਾਨੂੰ ਰਿਵਾਈਜ਼ ਕਰਾਤੇ, ਹੈ ਨਾ। ਹੁਣ ਅਗਲਾ ਐਫਰਟ ਤੁਹਾਡਾ ਹੈ। ਹਾਂਜੀ ਨੈਕਸਟ ਆਪਣਾ ਨੈਸ਼ਨਲ ਨਿਊਜ਼ ਨੇ ਆਪਣੀਆਂ, ਤਾਂ ਸਾਰੀਆਂ ਦੀਆਂ ਸਾਰੀਆਂ ਕਰਨੀਆਂ ਧਿਆਨ ਨਾਲ। ਪਹਿਲੀ ਨੈਸ਼ਨਲ ਨਿਊਜ਼ ਕੀ ਹੈ? ਨਰਿੰਦਰ ਮੋਦੀ ਆਪਣੇ PM ਸਾਹਿਬ, ਇਹਨਾਂ ਨੇ ਲਾਂਚ ਕੀਤੀ ਹੈ 9 ਹਾਈਵੇ ਪ੍ਰੋਜੈਕਟ। ਮਤਲਬ ਕਿ ਕੁਐਸਚਨ ਇਹ ਆ ਸਕਦਾ ਕਿ 9 ਹਾਈਵੇ ਪ੍ਰੋਜੈਕਟ ਨੇ ਜਿਹੜੇ ਆਪਣੇ ਮੋਦੀ ਸਾਹਿਬ ਨੇ ਕਿੱਥੇ ਲਾਂਚ ਕੀਤੇ ਨੇ, ਠੀਕ ਹੈ। ਤਾਂ ਉਹਦਾ ਆਨਸਰ ਹੋਊਗਾ ਬਿਹਾਰ ਦੇ ਵਿੱਚ, ਜਾਂ ਪੁੱਛ ਸਕਦੇ ਨੇ ਬਿਹਾਰ ਦੇ ਵਿੱਚ 9 ਹਾਈਵੇ ਪ੍ਰੋਜੈਕਟ ਨੇ ਜਿਹੜੇ ਕਿਹਨੇ ਲਾਂਚ ਕੀਤੇ ਨੇ? ਨਰਿੰਦਰ ਮੋਦੀ ਨੇ, ਠੀਕ ਹੈ। ਤਾਂ ਸਾਰੇ ਯਾਦ ਰੱਖਣੇ ਨੇ। ਅੱਛਾ ਇੱਕ ਸਕੀਮ ਵੀ ਲਾਂਚ ਕੀਤੀ ਹੈ, ਦੈਟ ਇਜ਼ ਘਰ ਤੱਕ ਫਾਈਬਰ ਸਕੀਮ। ਘਰ ਤੱਕ ਫਾਈਬਰ ਸਕੀਮ ਇਹ ਵੀ ਯਾਦ ਰੱਖਣੀ ਹੈ ਬਿਹਾਰ ਦੇ ਵਿੱਚ। ਤੁਹਾਨੂੰ ਮੈਂ ਬਰੀਫਲੀ ਹਿੰਟ ਦੇ ਕੇ ਗਈ ਸੀ ਪਿਛਲੀ ਵੀਡੀਓ ਦੇ ਵਿੱਚ ਕਿ 45945 ਮਤਲਬ 45,945 ਪਿੰਡਾਂ ਨੂੰ ਆਪਟੀਕਲ ਫਾਈਬਰ ਨੈਟਵਰਕਿੰਗ ਨਾਲ ਜੋੜਿਆ ਜਾਊਗਾ, ਤਾਂ ਉਹੀ ਇਹ ਸਕੀਮ ਹੈ ਘਰ ਤੱਕ ਫਾਈਬਰ ਸਕੀਮ, ਠੀਕ ਹੈ, ਯਾਦ ਰੱਖਣਾ। ਅੱਛਾ ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਕੀਤਾ ਸੀਗਾ ਕਿ ਨਰਿੰਦਰ ਮੋਦੀ ਨੇ ਇਨੈਗੋਰੇਟ ਕੀਤੇ ਨੇ 3 ਮੈਗਾ ਬ੍ਰਿਜ ਬਿਹਾਰ ਦੇ ਵਿੱਚ, ਹੈ ਨਾ। ਕਿੱਥੇ ਕਿੱਥੇ? ਪਟਨਾ, ਬਾਗਲਪੁਰ ਅਤੇ ਕੋਸੀ। ਇੱਥੇ ਕਿਵੇਂ ਕੀਤੇ ਨੇ? ਵਿਰਚੁਅਲੀ, ਮਤਲਬ ਕਿ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ। ਤਾਂ ਇਹ ਸਾਰਾ ਕੁਝ ਤੁਸੀਂ ਯਾਦ ਰੱਖਣਾ ਹੈਗਾ। ਅੱਛਾ ਬਿਹਾਰ ਤੋਂ ਕੁਝ ਫਟਾਫਟ ਫੈਕਟ ਰਿਵਾਈਜ਼ ਕਰ ਲੈਂਦੇ ਹਾਂ ਆਪਾਂ। CM ਕੌਣ ਨੇ ਜੀ ਬਿਹਾਰ ਦੇ? ਨਿਤੀਸ਼ ਕੁਮਾਰ। ਗਵਰਨਰ ਕੌਣ ਨੇ? ਫਾਗੂ ਚੌਹਾਨ। ਪਟਨਾ ਹਾਈ ਕੋਰਟ ਦੇ ਜੇ ਮੈਂ ਚੀਫ ਜਸਟਿਸ ਦੀ ਗੱਲ ਕਰਾਂ, ਦੈਟ ਇਜ਼ ਸੰਜੇ ਕਾਰੋਲ, ਠੀਕ ਹੈ, ਸੰਜੇ ਕਾਰੋਲ। ਨਾਮ ਇਹਨਾਂ ਦਾ ਯਾਦ ਰੱਖ ਲਿਓ। ਕਲੀਅਰ ਹੈ ਜੀ, ਇਹ ਸਾਰਾ ਕੁਝ ਯਾਦ ਰੱਖਣਾ ਹੈ। ਅੱਛਾ ਮੋਦੀ ਸਾਹਿਬ ਤੋਂ ਜਿਵੇਂ ਤੁਹਾਨੂੰ ਕੁਝ ਹੋਰ ਵੀ ਲਿੰਕ ਕਰਾਵਾਂ, ਹੈ ਨਾ। ਇੱਕ ਡੋਲਫਿਨ ਨਾਮ ਦਾ ਪ੍ਰੋਜੈਕਟ ਸੀਗਾ, ਇੱਕ ਲੋਇਨ ਨਾਮ ਦਾ ਪ੍ਰੋਜੈਕਟ ਸੀ, ਇਹ ਵੀ ਦੋਨੇ ਇਹਨਾਂ ਨੇ ਲਾਂਚ ਕੀਤੇ ਸੀਗੇ ਇਹਨਾਂ ਦੇ ਰੱਖ ਰਖਾਵ ਲਈ, ਸੰਰਕਸ਼ਣ ਦੇ ਲਈ। ਇੱਕ 1 ਵਰਲਡ 1 ਸਨ ਅਤੇ 1 ਗ੍ਰਿਡ ਸਿਸਟਮ ਹੈ ਜਿਹੜਾ, ਇਹ ਵੀ ਇਹਨਾਂ ਨੇ ਲਾਂਚ ਕੀਤਾ ਸੀ ਮੋਦੀ ਸਾਹਿਬ ਨੇ। ਕਾਹਦੇ ਲਈ ਸੀਗਾ ਇਹ? ਜਿਹੜਾ ਸੋਲਰ ਐਨਰਜੀ ਜਨਰੇਟ ਕੀਤੀ ਜਾਊਗੀ, ਕਾਫੀ ਸਾਰੇ ਦੇਸ਼ ਇਹਦੇ ਨਾਲ ਜੁੜੇ ਰਹਿਣਗੇ। ਜਿੱਥੇ ਸੋਲਰ ਐਨਰਜੀ ਘੱਟ ਹੁੰਦੀ ਹੈ ਉਹਨਾਂ ਦੇਸ਼ਾਂ ਨੂੰ ਉਹ ਕੰਟਰੀ ਸੋਲਰ ਐਨਰਜੀ ਪ੍ਰੋਵਾਈਡ ਕਰਾਉਣਗੇ ਜਿੱਥੇ ਜ਼ਿਆਦਾ ਹੁੰਦੀ ਹੈ। ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਰੀਫਲੀ ਦੱਸ ਕੇ ਗਈ ਸੀ ਇਹਦਾ ਹਿੰਟ, ਤਾਂ ਇੱਥੇ ਵੀ ਤੁਹਾਨੂੰ ਰਿਪੀਟ ਕਰਾਤਾ। ਤਾਂ ਇਹ ਸਾਰਾ ਕੁਝ ਯਾਦ ਰੱਖਣਾ ਤੁਸੀਂ। ਓਕੇ ਆ ਜੀ, ਚਲੋ ਨੈਕਸਟ ਨਿਊਜ਼ ਕਰਦੇ ਹਾਂ ਆਪਾਂ। ਜੰਮੂ ਐਂਡ ਕਸ਼ਮੀਰ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਕੀਮ। ਜੰਮੂ ਐਂਡ ਕਸ਼ਮੀਰ ਤੋਂ ਬਾਅਦ ਐਰੋ ਹੈ, ਇਹਨੇ ਕੀ ਮਤਲਬ ਇੱਥੇ ਲਾਂਚ ਕੀਤੀ ਗਈ ਹੈ? ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਕੀਮ। ਅੱਛਾ ਇਹ ਕਾਹਦੇ ਲਈ ਹੈ? ਤਾਂ ਬਸ ਸਿੰਪਲ ਤਰੀਕੇ ਨਾਲ ਯਾਦ ਰੱਖਣਾ, ਜਿਹੜਾ ਜ਼ਮੀਨ ਹੁੰਦੀ ਨਾ, ਲੈਂਡ ਆਪਣਾ, ਹੈ ਨਾ, ਲੈਂਡ ਦਾ ਰਿਕਾਰਡ ਹੈ ਜਿਹੜਾ ਉਹ ਡਿਜੀਟਲੀ ਕਲੈਕਟ ਕਰਨ ਦੇ ਲਈ, ਮਤਲਬ ਔਨਲਾਈਨ ਕਲੈਕਟ ਕਰਨ ਦੇ ਲਈ, ਠੀਕ ਹੈ। ਇਹ ਜਿਹੜੀ ਸਕੀਮ ਹੈਗੀ ਇਹਨੂੰ ਲਾਂਚ ਕੀਤਾ ਗਿਆ ਜੰਮੂ ਐਂਡ ਕਸ਼ਮੀਰ ਦੁਆਰਾ, ਠੀਕ ਹੈ। ਡਿਜੀਟਲੀ ਮਤਲਬ ਕਿ ਔਨਲਾਈਨ ਡਾਟਾ ਚੜ੍ਹਾਉਣਾ ਕਿਹਦਾ? ਜਿਹੜਾ ਜ਼ਮੀਨਾਂ ਵੀ ਕਿਹੜੀ ਜ਼ਮੀਨ ਕਿਹਦੇ ਨਾਂ ਹੈ, ਤਾਂ ਕਿ ਇਹ ਇਨ ਫਿਊਚਰ ਦੇ ਵਿੱਚ ਕਿਸੇ ਦਾ ਪਤਾ ਕਰਨਾ ਵੀ ਆ ਜ਼ਮੀਨ ਕਿਹਦੇ ਨਾਮ ਹੈ ਤਾਂ ਈਜ਼ੀਲੀ ਪਤਾ ਕਰ ਸਕੀਏ ਆਪਾਂ। ਕਿਉਂਕਿ ਆਪਾਂ ਨੂੰ ਪਤਾ ਹੈ ਕੋਈ ਵੀ ਚੀਜ਼ ਆਪਾਂ ਪੇਪਰ ਫਾਰਮ ਦੇ ਵਿੱਚ ਰਜਿਸਟਰ ਕਰਦੇ ਹਾਂ, ਹੈ ਨਾ, ਉੱਥੇ ਲੱਭਣੀ ਕਿੰਨੀ ਔਖੀ ਹੁੰਦੀ ਹੈ। ਜਦੋਂ ਔਨਲਾਈਨ ਹੁੰਦੀ ਹੈ ਤਾਂ 1 ਮਿੰਟ 'ਚ ਸਰਚ ਵੱਜ ਜਾਂਦੀ ਹੈ। ਤਾਂ ਕਿ ਔਨਲਾਈਨ ਕੀ ਹੈ, ਇਹਨੂੰ ਰਿਕਾਰਡ ਕਰਨ ਨੂੰ ਹੀ ਇਹ ਸਕੀਮ ਦਾ ਨਾਮ ਹੈ ਜਿਹੜਾ ਦਿੱਤਾ ਗਿਆ ਜੰਮੂ ਐਂਡ ਕਸ਼ਮੀਰ ਤੋਂ। ਤਾਂ ਇਹ ਤੁਸੀਂ ਯਾਦ ਰੱਖਣਾ। ਅੱਛਾ ਜੰਮੂ ਐਂਡ ਕਸ਼ਮੀਰ ਤੋਂ ਪ੍ਰੀਵੀਅਸ ਡੇਜ਼ ਦੇ ਵਿੱਚ ਕਾਫੀ ਸਾਰੀਆਂ ਨਿਊਜ਼ ਆਈਆਂ ਸੀ, ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਥੋੜ੍ਹੇ ਦਿਨ ਪਹਿਲਾਂ ਹੀ ਆਪਾਂ ਕੀਤਾ ਸੀ ਜੰਮੂ ਐਂਡ ਕਸ਼ਮੀਰ ਤੋਂ ਕਿਨੇ ਰੀਸੈਂਟਲੀ ਇਕਨੋਮਿਕ ਰਿਲੀਫ ਪੈਕੇਜ 1350 ਕਰੋੜ ਦਾ ਲਾਂਚ ਕੀਤਾ ਕੋਵਿਡ-19 ਕਰਕੇ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ, ਹੈ ਨਾ, ਕੀਤਾ ਸੀ ਨਾ। ਤਾਂ ਇਹ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਇੱਕ ਲੈਂਗੁਏਜਸ ਨਾਲ ਰਿਲੇਟਡ ਵੀ ਸੀਗਾ, ਚਲੋ ਉਹ ਵੀ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਸਪੈਰੋ ਸਿਸਟਮ ਕਰ ਲੈਂਦੇ ਹਾਂ, ਹੈ ਨਾ। ਵੇਟ, ਹਾਂਜੀ ਚਲੋ ਖਾਲੀ ਸਲਾਈਡ ਖੋਲ੍ਹ ਲੈਂਦੇ ਹਾਂ ਜਿਹਦੇ ਨਾਲ ਤੁਹਾਨੂੰ
ਪੜ੍ਹਨਾ ਵੀ ਸੌਖਾ ਹੋਵੇ। ਹਾਂਜੀ, ਮਨੋਜ ਸਿਨਹਾ ਤੁਹਾਨੂੰ ਪਤਾ ਨੇਗੇ ਕਿ ਇੱਥੋਂ ਦੇ ਲੈਫਟੀਨੈਂਟ ਗਵਰਨਰ ਨੇ, ਉਹਨਾਂ ਨੇ ਸਪੈਰੋ ਸਿਸਟਮ ਲਾਂਚ ਕੀਤਾ। ਸਪੈਰੋ ਸਿਸਟਮ ਕਿਹਦੇ ਲਈ? ਐਡਮਿਨਿਸਟ੍ਰੇਟਿਵ ਆਫਿਸਰਸ ਦੇ ਲਈ, ਜੰਮੂ ਐਂਡ ਕਸ਼ਮੀਰ ਦੇ। ਅੱਛਾ, ਇਹ ਸਪੈਰੋ ਸਿਸਟਮ ਹੈ ਕੀ? ਦੇਖੋ ਇਹਦੀ ਫੁੱਲ ਫਾਰਮ ਹੈ ਸਮਾਰਟ ਪਰਫੋਰਮੈਂਸ ਅਪਰੇਜ਼ਲ ਰਿਪੋਰਟ ਰਿਕਾਰਡਿੰਗ ਔਨਲਾਈਨ ਵਿੰਡੋ। ਠੀਕ ਹੈ, ਤੁਹਾਨੂੰ ਪਹਿਲਾਂ ਕਰਵਾਇਆ ਹੈਗਾ। ਇਹ ਲਾਂਚ ਕੀਤਾ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਹੋਰ ਕੀ ਯਾਦ ਰੱਖ ਸਕਦੇ ਹੋ? ਇਹਦੀ ਕਸ਼ਮੀਰ ਹੈ ਨਾ, ਜਿਹੜਾ ਕਸ਼ਮੀਰੀ ਕੇਸਰ ਹੈ, ਕਸ਼ਮੀਰੀ ਕੇਸਰ, ਉਹਨੂੰ GI ਟੈਗ ਵੀ ਮਿਲਿਆ ਹੋਇਆ, ਅਤੇ ਕਸ਼ਮੀਰੀ ਕੇਸਰ ਦੀ ਸੇਲ ਲਈ ਈ-ਔਕਸ਼ਨ ਪੋਰਟਲ ਵੀ ਚਲਾਈ ਗਈ। ਈ-ਔਕਸ਼ਨ ਪੋਰਟਲ ਵੀ ਚਲਾਈ ਗਈ। ਔਕਸ਼ਨ ਬੇਸਿਕਲੀ ਨਿਲਾਮੀ ਹੁੰਦਾ, ਤਾਂ ਉਹ ਵੀ ਤੁਸੀਂ ਯਾਦ ਰੱਖਣਾ ਹੈ। ਅੱਛਾ, ਇੱਕ ਥੋੜ੍ਹੇ ਦਿਨ ਪਹਿਲਾਂ ਨਾ ਇਹ ਤੋਂ ਨਿਊਜ਼ ਆਈ ਸੀਗੀ ਲੈਂਗੁਏਜਸ ਤੋਂ, ਹੈ ਨਾ, ਯਾਦ ਹੋਊਗੀ ਤੁਹਾਨੂੰ ਕਿ ਜਿਹੜੀ J&K ਦੀਆਂ ਓਫੀਸ਼ੀਅਲ ਲੈਂਗੁਏਜ ਬਿੱਲ ਹੈ ਪਾਰਿਤ ਕੀਤਾ ਗਿਆ ਸੀਗਾ। ਜੇ ਉਹ ਬਿੱਲ ਕਾਨੂੰਨ ਬਣ ਜਾਂਦਾ ਤਾਂ J&K ਦੀਆਂ 5 ਓਫੀਸ਼ੀਅਲ ਲੈਂਗੁਏਜਸ ਹੋ ਜਾਣਗੀਆਂ। ਕਿਹੜੀਆਂ ਕਿਹੜੀਆਂ? ਉਰਦੂ ਹੋ ਜੂਗੀ, ਉਰਦੂ, ਇੰਗਲਿਸ਼ ਜੋ ਕਿ ਪਹਿਲਾਂ ਤੋਂ ਹੀ ਨੇ, ਹਿੰਦੀ ਪਲੱਸ ਦੇ ਵਿੱਚ ਡੋਗਰੀ ਅਤੇ ਕਸ਼ਮੀਰੀ। ਠੀਕ ਹੈ, ਅਤੇ ਸਾਰੀਆਂ ਦੀ ਸਾਰੀਆਂ ਕੀ ਹੋ ਜਾਣਗੀਆਂ? ਓਫੀਸ਼ੀਅਲ ਲੈਂਗੁਏਜਸ ਹੋ ਜਾਣਗੀਆਂ। ਇਹ ਤੁਸੀਂ ਯਾਦ ਰੱਖਣਾ। ਅੱਛਾ, ਮਨੋਜ ਸਿਨਹਾ ਇੱਥੋਂ ਦੇ ਲੈਫਟੀਨੈਂਟ ਗਵਰਨਰ ਨੇ, ਤੁਹਾਨੂੰ ਪਤਾ ਹੀ ਹੈ 31 ਅਕਤੂਬਰ 2019 ਨੂੰ ਜੰਮੂ ਐਂਡ ਕਸ਼ਮੀਰ ਅਤੇ ਲੱਦਾਖ ਓਫੀਸ਼ੀਅਲੀ ਜਿਹੜੇ ਯੂਨੀਅਨ ਟੈਰੀਟਰੀ ਘੋਸ਼ਿਤ ਕੀਤੇ ਗਏ। ਅਤੇ 5 ਅਗਸਤ ਦੀ ਡੇਟ ਵੀ ਯਾਦ ਰੱਖਣੀ ਹੈ। 5 ਅਗਸਤ 2019 ਨੂੰ 370 ਆਰਟੀਕਲ ਹੈ ਜਿਹੜਾ ਇਹਨੂੰ ਇੱਥੋਂ ਹਟਾ ਦਿੱਤਾ ਗਿਆ। ਠੀਕ ਹੈ, ਅੱਛਾ, 370 ਆਰਟੀਕਲ ਹਟਾਉਣ ਦੀ ਜਿਹੜੀ ਫਸਟ ਐਨੀਵਰਸਰੀ ਮਨਾਈ ਗਈ ਨਾ, ਜੰਮੂ ਐਂਡ ਕਸ਼ਮੀਰ ਦੇ ਹੰਦਵਾੜਾ ਡਿਸਟ੍ਰਿਕਟ ਹੈ, ਹੰਦਵਾੜਾ ਡਿਸਟ੍ਰਿਕਟ, ਉੱਥੇ ਬੰਗਾਸ ਅਵਾਮ ਮੇਲਾ ਮਨਾਇਆ ਗਿਆ। ਬੰਗਾਸ ਅਵਾਮ ਮੇਲਾ ਇਹ ਕਾਹਦੇ ਲਈ ਮਨਾਇਆ ਗਿਆ? ਜਿਹੜਾ 370 ਆਰਟੀਕਲ ਹਟਣ ਦੀ ਐਨੀਵਰਸਰੀ ਸੀਗੀ। ਠੀਕ ਹੈ, ਇਹ ਸਾਰੇ ਪੁਆਇੰਟ ਤੁਸੀਂ ਯਾਦ ਰੱਖਣੇ ਨੇ ਜੰਮੂ ਐਂਡ ਕਸ਼ਮੀਰ ਤੋਂ, ਬਿਲਕੁਲ ਵੀ ਨਹੀਂ ਭੁੱਲਣੇ, ਅਤੇ ਸਾਰੇ ਦੇ ਸਾਰੇ ਤੁਹਾਨੂੰ ਲਿੰਕ ਕਰਵਾਤੇ। ਚਲੋ ਨੈਕਸਟ ਆਪਾਂ ਨਿਊਜ਼ ਉੱਤੇ ਚੱਲਦੇ ਹਾਂ ਆਪਾਂ ਵਾਪਸ। ਹਾਂਜੀ, ਨੈਸ਼ਨਲ ਨਿਊਜ਼ 'ਤੇ ਸੀ ਆਪਾਂ। ਨੈਕਸਟ ਹੈਗਾ ਆਪਣਾ 4-day ਡੈਸਟੀਨੇਸ਼ਨ ਨਾਰਥ ਈਸਟ 2020 ਫੈਸਟੀਵਲ ਵਿਲ ਬੀ ਹੈਲਡ ਫਰੋਮ 27 ਸੈਪਟੈਂਬਰ। 4 ਦਿਨਾਂ ਦਾ ਨਾਰਥ ਈਸਟ 2020 ਜਿਹੜਾ ਫੈਸਟੀਵਲ ਹੈ ਉਹ ਹੈਲਡ ਹੋਣਾ, ਅਤੇ ਸ਼ੁਰੂਆਤ ਕਦੋਂ ਤੋਂ ਹੋਣੀ ਹੈ? 27 ਸੈਪਟੰਬਰ ਤੋਂ। ਠੀਕ ਹੈ, ਇਮੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾਰਥ ਈਸਟ 2020। ਠੀਕ ਹੈ, ਦੀ ਅਮੇਜ਼ਿੰਗ ਡਿਲਾਈਟਫੁਲ ਡੈਸਟੀਨੇਸ਼ਨ। ਓਕੇ, ਇਹ ਯਾਦ ਰੱਖਣਾ ਤੁਸੀਂ ਕਦੋਂ ਤੋਂ ਮਤਲਬ ਸਟਾਰਟ ਹੋਣਾ ਇਹ? 27 ਸਤੰਬਰ ਤੋਂ। ਅੱਛਾ, ਇਹ ਕਲਚਰ ਨੂੰ ਸ਼ੋਅ ਕਰੂਗਾ, ਨਾਰਥ ਈਸਟਰਨ ਦੇ ਕਲਚਰ ਨੂੰ ਸ਼ੋਅ ਕਰੂਗਾ ਇਹ ਜਿਹੜਾ ਫੈਸਟੀਵਲ ਹੋਊਗਾ। ਇਹ ਵੀ ਯਾਦ ਰੱਖਣਾ ਤੁਸੀਂ। ਯੂਨੀਅਨ ਮਿਨਿਸਟਰ ਜਤਿੰਦਰ ਸਿੰਘ ਨੇ ਰੀਸੈਂਟਲੀ ਇਸ ਫੈਸਟੀਵਲ ਦਾ ਥੀਮ ਸੌਂਗ ਅਤੇ ਲੋਗੋ ਹੈ ਜਿਹੜਾ ਲੋਗੋ ਰਿਲੀਜ਼ ਕੀਤਾ। ਠੀਕ ਹੈ, ਇਹਨੂੰ ਯਾਦ ਰੱਖ ਲਿਓ। ਅੱਛਾ, ਇਹਦੀ ਇਨੈਗੋਰੇਸ਼ਨ ਕੌਣ ਕਰੂਗਾ? ਇਸ ਫੈਸਟੀਵਲ ਦੀ ਇਨੈਗੋਰੇਸ਼ਨ ਕੌਣ ਕਰੂ? ਆਪਣੇ ਯੂਨੀਅਨ ਮਿਨਿਸਟਰ ਨੇ, ਆਪਣੇ ਅਮਿਤ ਸ਼ਾਹ ਇਹਦੀ ਕੀ ਕਰਨਗੇ? ਇਨੈਗੋਰੇਸ਼ਨ। ਤਾਂ ਇਹ ਸਾਰੇ ਪੁਆਇੰਟਸ ਤੁਸੀਂ ਇਹਦੇ ਤੋਂ ਕੀ ਰੱਖਣੇ ਨੇ? ਯਾਦ ਰੱਖਣੇ ਨੇ। ਕਲੀਅਰ ਹੈ ਜੀ? ਹੋਪ ਸੋ ਕਲੀਅਰ ਹੋਊਗਾ। ਨੈਕਸਟ ਕੀ ਹੈ ਨਿਊਜ਼ ਆਪਣੀ? ਇੰਡੀਆ ਲਾਂਚਸ ਫਸਟ ਐਵਰ ਡਾਇਰੈਕਟ ਕਾਰਗੋ ਫੇਰੀ ਵਿਦ ਮਾਲਦੀਵਜ਼। ਜਿਹੜਾ ਇੰਡੀਆ ਹੈ ਆਪਣਾ, ਇਹਨੇ ਕੀ ਕੀਤਾ? ਆ ਦੇਖੋ, ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ, ਫੇਰੀ ਇੰਡੀਆ ਨੇ ਲਾਂਚ ਕੀਤੀ ਹੈ ਪਹਿਲੀ ਆਪਣੀ ਡਾਇਰੈਕਟ ਕਾਰਗੋ ਫੇਰੀ। ਕਿਹਦੇ ਨਾਲ? ਮਾਲਦੀਵਜ਼ ਨਾਲ। ਅੱਛਾ, ਇਹ ਯਾਦ ਰੱਖਣਾ ਕਿਹੜੀ ਕੰਟਰੀ ਨਾਲ ਕੀਤਾ, ਇਹ ਵੀ ਯਾਦ ਰੱਖਣਾ। ਕਾਹਦੇ ਲਈ ਕੀਤਾ ਹੈਗਾ? ਜਿਹੜਾ ਆਪਣਾ ਟ੍ਰੇਡ ਹੈ ਨਾ ਦੋਨਾਂ ਕੰਟਰੀਜ਼ ਦੇ ਵਿਚਾਲੇ, ਉਹਨੂੰ ਬੂਸਟ ਅਪ ਕਰਨ ਦੇ ਲਈ, ਟ੍ਰੇਡ ਨੂੰ ਵਧਾਉਣ ਦੇ ਲਈ, ਮਤਲਬ ਹੋਰ ਵੀ ਬੈਟਰ ਤਰੀਕੇ ਨਾਲ ਜਿਹੜਾ ਆਪਣਾ ਟ੍ਰੇਡ ਹੋ ਸਕੇ। ਠੀਕ ਹੈ, ਤਾਂ ਕਰਕੇ ਜਿਹੜੀ ਫੇਰੀ ਸਰਵਿਸ ਹੈਗੀ ਇਹ ਸਟਾਰਟ ਕੀਤੀ ਹੈ, ਅਤੇ ਪਹਿਲੀ ਆਪਣੀ ਮਾਲਦੀਵਜ਼ ਨਾਲ, ਇਹ ਵੀ ਯਾਦ ਰੱਖਿਓ। ਅੱਛਾ, ਇਹ ਕਿਹਨੂੰ ਕਨੈਕਟ ਕਰੂਗੀ? ਤੁਸੀਂ ਇਹ ਯਾਦ ਰੱਖਣਾ ਕਿਹਨੂੰ ਕਨੈਕਟ ਕਰੂਗੀ? ਇੰਡੀਅਨ ਪੋਰਟ ਆਪਣੀ ਟੂਟੀਕੋਰਨ, ਜੋ ਵੀ ਨੇਮ ਹੈ ਇਹਦਾ, ਟੂਟੀਕੋਰਨ ਇਹ, ਐਂਡ ਕੋਚੀਨ ਪੋਰਟਸ ਇਹਨੂੰ ਕਿਹਦੇ ਨਾਲ ਲਿੰਕ ਕਰੂਗੀ? ਮਾਲਦੀਵਜ਼ ਦੀ ਕਿਹੜੀ ਪੋਰਟ ਨਾਲ? ਮੈਂ ਉਹ ਨਾਮ ਲਿਖ ਦਿੰਦੀ ਹਾਂ, ਕੁਲਹਨ, ਧੁਨ, ਫੂਸ਼ੀ, ਇਹ ਪੋਰਟ ਦਾ ਨਾਮ ਹੈ। ਠੀਕ ਹੈ, ਅਤੇ ਇੱਕ ਮਾਲੇ ਪੋਰਟਸ ਤਾਂ ਇਹਨਾਂ ਨੂੰ ਕਨੈਕਟ ਕਰੂਗੀ ਇਹ। ਤਾਂ ਯਾਦ ਰੱਖਣਾ ਕਾਹਦੇ ਲਈ ਹੈ? ਟ੍ਰੇਡ ਨੂੰ ਬੂਸਟ ਅਪ ਕਰਨ ਦੇ ਲਈ ਹੈ। ਅੱਛਾ, ਹੁਣ ਇਹਨੂੰ ਆਪਰੇਟ ਕਿਹਦੇ ਦੁਆਰਾ ਕੀਤਾ ਜਾਊਗਾ? ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ। ਕਲੀਅਰ ਹੈ? ਇਹਦੇ ਦੁਆਰਾ ਇਹਨੂੰ ਆਪਰੇਟ ਕੀਤਾ ਜਾਊਗਾ। ਅੱਛਾ, ਥੋੜ੍ਹੇ ਸਟੈਟਿਕ ਫੈਕਟ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਬਾਰੇ ਯਾਦ ਰੱਖਿਓ ਕਿ 1950 ਦੇ ਵਿੱਚ ਇਹ ਫਾਰਮ ਹੋਇਆ ਸੀ। ਹੈੱਡਕੁਆਟਰ ਇਹਦਾ ਕਿੱਥੇ ਹੈ ਜੀ? ਮੁੰਬਈ ਦੇ ਵਿੱਚ। ਕਲੀਅਰ ਹੈ? ਅੱਛਾ, ਇਹਦੇ ਮੈਂ ਐਮ ਡੀ ਤੇ ਚੇਅਰਮੈਨ ਦੀ ਗੱਲ ਕਰਦੀ ਹਾਂ। ਕੌਣ ਨੇ? ਮਿਸਿਸ ਐਚ ਕੇ ਜੋਸ਼ੀ। ਤਾਂ ਇਹਨਾਂ ਦਾ ਨਾਮ ਤੁਸੀਂ ਯਾਦ
ਰੱਖ ਲਿਓ, ਠੀਕ ਹੈ। ਕਿਹਦੀ ਕਿਹੜੀ ਕੰਟਰੀਜ਼ ਨਾਲ ਹੈ ਇਹ? ਆਪਣੀ ਮਾਲਦੀਵਸ ਨਾਲ। ਤਾਂ ਸਾਰੇ ਫੈਕਟ ਇਹਦੇ ਤੋਂ ਯਾਦ ਰੱਖਣੇ ਆ ਤੁਸੀਂ। ਹਾਂਜੀ, ਨੈਕਸਟ ਵੈਰੀ 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 ਇੰਪੋਰਟੈਂਟ ਨਿਊਜ਼ ਕਿਹੜੀ ਹੈ ਇਹ? ਸਪੋਰਟਸ ਤੋਂ ਹੈ। ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਹੈ ਜਿਹੜਾ, ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਹੈ, ਇਹਦਾ ਮੈਨ ਸਿੰਗਲਸ ਦਾ ਜਿਹੜਾ ਖਿਤਾਬ ਹੈ ਕਿਹਨੇ ਜਿੱਤਿਆ? ਨੋਵਾਕ ਡਜੋਕੋਵਿਚ ਨੇ, ਠੀਕ ਹੈ। ਇਹਨਾਂ ਦਾ ਨਾਮ ਯਾਦ ਰੱਖਿਓ, ਇਮੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇਹਨਾਂ ਨੇ ਇਹ ਜਿੱਤਿਆ। ਤਾਂ ਚਲੋ ਆਪਾਂ ਸਾਰੇ ਦਾ ਸਾਰਾ ਹੀ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਡਿਸਕਸ ਕਰ ਲੈਂਦੇ ਹਾਂ। ਮੈਨ ਸਿੰਗਲਸ ਦੇ ਵਿੱਚੋਂ ਕਿਹਨੇ ਜਿੱਤਿਆ? ਇਹਨਾਂ ਨੇ ਜਿੱਤਿਆ। ਕਿੱਥੋਂ ਦੇ ਨੇ ਇਹ? ਸਰਬੀਆ ਦੇ ਨੇ, ਸਰਬੀਆ ਦੇ ਨੇ, ਇਹ ਵੀ ਯਾਦ ਰੱਖਣਾ। ਮੈਨ ਸਿੰਗਲਸ ਇਹਨਾਂ ਨੇ ਜਿੱਤਿਆ। ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਹੈ ਜਿਹੜਾ, ਉਹ ਵੀ ਇਹਨਾਂ ਨੇ ਜਿੱਤਿਆ ਹੋਇਆ। ਆਸਟ੍ਰੇਲੀਅਨ ਓਪਨ ਹੁੰਦਾ ਨਾ, ਮੈਂ ਤੁਹਾਨੂੰ ਟੈਨਿਸ ਦੇ ਟੂਰਨਾਮੈਂਟ ਕਰਵਾਏ ਸੀ ਨਾ ਸਾਰੇ ਦੇ ਸਾਰੇ, ਮੇਨ ਆਸਟ੍ਰੇਲੀਅਨ, US, ਫ੍ਰੈਂਚ, ਇੱਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰੇ ਬਾਰੇ ਦੱਸਿਆ ਸੀਗਾ, ਤਾਂ ਉੱਥੋਂ ਤੁਸੀਂ ਰਿਵਾਈਜ਼ ਕਰੋ, ਠੀਕ ਹੈ। ਤਾਂ ਹੀ ਕਹਿੰਦੀ ਹੁੰਦੀ ਇੱਕ ਵੀ ਸਕਿਪ ਨਾ ਕਰਿਆ ਕਰੋ। ਦੇਖੋ ਕਈ ਵਾਰੀ ਕੋਈ ਪੋਲਿਟੀ ਦਾ ਟੌਪਿਕ ਆ ਜਾਂਦਾ, ਜਿਵੇਂ ਇੱਕ ਦੇ ਵਿੱਚ ਮੈਂ ਤੁਹਾਨੂੰ ਲੋਕ ਸਭਾ ਬਾਰੇ ਸਾਰਾ ਕਵਰ ਕਰਾਇਆ, ਇੱਕ ਵੀਡੀਓ ਦੇ ਵਿੱਚ ਕਰੰਟ ਅਫੇਅਰ ਵਾਲੇ 'ਚ ਮੈਂ ਤੁਹਾਨੂੰ ਰਾਜ ਸਭਾ ਬਾਰੇ ਕਰਾਇਆ, ਇੱਕ ਦੇ ਵਿੱਚ ਤੁਹਾਨੂੰ ਨੋਬਲ ਪੀਸ ਪ੍ਰਾਈਜ਼ ਬਾਰੇ, ਇੱਕ ਵਿੱਚ ਆਪਾਂ ਭਾਰਤ ਰਤਨ ਬਾਰੇ ਕਵਰ ਕੀਤਾ। ਕਾਫੀ ਸਾਰੀਆਂ ਵੀਡੀਓਜ਼ ਦੇ ਵਿੱਚ ਆਪਾਂ ਸਟੈਟਿਕ GK ਦੇ ਵਿੱਚ ਜਿਵੇਂ ਇੰਪੋਰਟੈਂਟ ਏਜੰਸੀਜ਼ ਵਗੈਰਾ ਆਪਾਂ ਕਵਰ ਕਰਦੇ ਹਾਂ, ਹੈ ਨਾ। ਤਾਂ ਤੁਹਾਨੂੰ ਇੱਕ ਵਾਰੀ ਮੈਂ ਟੈਨਿਸ ਦਾ ਟੂਰਨਾਮੈਂਟ ਵੀ ਕਵਰ ਕਰਵਾਇਆ ਸੀ। ਤਾਂ ਕੁਝ ਵੀ ਛੱਡਿਆ ਨਾ ਕਰੋ, ਇੱਕ ਵੀਡੀਓ ਸਕਿਪ ਹੋ ਗਈ ਤਾਂ ਤੁਹਾਡਾ ਹੋ ਸਕਦਾ ਇੱਕ ਟੌਪਿਕ ਵੀ ਰਹਿ ਜੇ ਨਾਲ ਹੀ। ਓਕੇ, ਅੱਛਾ, ਇਹ ਹੋ ਗਿਆ ਵਿਮਨ ਸਿੰਗਲ ਦੀ। ਜੇ ਮੈਂ ਗੱਲ ਕਰਾਂ ਵਿਮਨ ਸਿੰਗਲ, ਹੈ ਨਾ, ਉੱਥੇ ਮੈਂ ਤੁਹਾਨੂੰ ਸਾਰਾ ਸਮਝਾਇਆ ਹੋਇਆ ਵੀ ਕਿਹੜੇ ਕਿਹੜੀ ਕੈਟਾਗਰੀਜ਼ ਹੁੰਦੀਆਂ ਨੇ। ਤਾਂ ਇਹਨੂੰ ਕਿਹਨੇ ਜਿੱਤਿਆ ਜੀ? ਸਿਮੋਨਾ ਹੈਲਪ, ਸਿਮੋਨਾ ਹੈਲਪ, ਠੀਕ ਹੈ। ਇਹਨਾਂ ਨੇ ਵਿਨ ਕੀਤਾ, ਨਾਮ ਯਾਦ ਰੱਖ ਲਿਓ। ਮੈਨ ਡਬਲਸ ਦੀ ਜੇ ਮੈਂ ਗੱਲ ਕਰਾਂ, ਮੈਨ ਡਬਲਸ, ਇਹ ਤਾਂ ਸਿੰਗਲਸ ਹੈ ਨਾ, ਮੈਨ ਜੇ ਮੈਂ ਡਬਲਸ ਦੀ ਗੱਲ ਕਰਾਂ ਤਾਂ ਡਬਲਸ ਹੈ ਤਾਂ ਮਤਲਬ 2 ਮੈਨ ਹੋਣਗੇ। ਤਾਂ ਉਹਨਾਂ ਦਾ ਨਾਮ ਨੋਟ ਕਰ ਲਓ ਤੁਸੀਂ ਧਿਆਨ ਨਾਲ, ਮੈਂ ਕਲੀਅਰਲੀ ਨੋਟ ਕਰਾ ਦਿੰਦੀ ਹਾਂ, ਸਪੈਲਿੰਗ ਮਿਸਟੇਕ ਨਾ ਕਰ ਲਿਓ। ਮਾਰਸਲ, ਮਾਰਸਲ ਗ੍ਰੈਨੋਲਰਸ, ਠੀਕ ਹੈ। ਇੱਕ ਤਾਂ ਇਹ ਨਾਮ ਹੈ, ਇੱਕ ਹੈਗਾ ਹੈਰੋਸੀਓ। ਨਾਮ ਦੇਖੋ ਇਹਨਾਂ ਦੇ ਅਜੀਬ ਹੀ ਹੋਣਗੇ, ਕਿਉਂਕਿ ਮੈਂ ਤਾਂ ਦੇਖੋ ਰੱਖੇ ਨਹੀਂ ਹੈਗੇ ਨਾਮ ਇਹਨਾਂ ਦੇ। ਹੈਰੋਸੀਓ ਜਾਬਾਲੂਸ, ਜਾਬਾਲੂਸ। ਦੇਖੋ ਵੱਡੇ ਵੱਡੇ ਨਾਮ ਨੇ ਨਾ, ਤੁਸੀਂ ਇੱਕ ਸੌਖਾ ਜਿਹਾ ਅੱਖਰ ਕੱਢ ਕੇ ਉਹਨੂੰ ਯਾਦ ਕਰ ਲਿਆ ਕਰੋ, ਠੀਕ ਹੈ। ਜਿਵੇਂ ਇਹਦਾ MAR ਮਾਰ ਪੈਂਦਾ, ਇਹਦੇ ਮੂਹਰੇ HAR ਹਾਰ ਪੈਂਦਾ, ਤਾਂ ਮਾਰ ਹਾਰ, ਮਤਲਬ ਕਿ ਇੱਦਾਂ ਦਾ ਕੁਛ ਨੇਮ ਬਣਾ ਲਿਆ ਕਰੋ, ਲਿੰਕ ਸਿੱਧਾ ਦੇਸੀ ਪੰਜਾਬੀ 'ਚ, ਬਸ ਸਿੱਧਾ, ਹੈ ਨਾ, ਯਾਦ ਰਹਿ ਜੇ। ਕਿਉਂਕਿ ਮੈਨ ਸਿੰਗਲਸ ਹੈ, ਮਤਲਬ 2 ਮੈਨ ਹੋਣਗੇ, ਇੱਕ ਕਹਿੰਦਾ ਮਾਰ, ਦੂਜਾ ਕਹਿੰਦਾ ਮੈਂ ਹਾਰ, ਬਸ ਮਾਨ ਹਾਰ, ਬਸ ਐਵੇਂ ਯਾਦ ਰੱਖ ਲਿਓ। ਹੁਣ ਗਰੰਟੀ ਹੈ ਮੇਰੀ ਇਸ ਚੀਜ਼ ਦੀ ਕਿ ਤੁਸੀਂ ਇਹ ਭੁੱਲੋਗੇ ਨਹੀਂ ਬਿਲਕੁਲ ਵੀ, ਹੋਰ ਕੁਛ ਭਾਵੇਂ ਭੁੱਲ ਜਾਓ। ਅੱਛਾ, ਵਿਮਨ ਡਬਲ ਦੀ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਦੋਨਾਂ ਦਾ ਨਾਮ ਨੋਟ ਕਰ ਲਓ। ਵਿਮਨ ਡਬਲ ਦਾ HSIEH ਐਂਡ ਦੈਨ SUWEI, ਇੱਦਾਂ ਦਾ ਕੁਛ ਨੇਮ ਹੈ ਇਹਨਾਂ ਦਾ। ਸੂਵੀਆਈ, ਸੂਵੀਆਈ ਯਾਦ ਕਰ ਲਿਓ, ਪਿਛਲਾ ਕੱਲਾ ਸੂਵੀਆਈ, ਠੀਕ ਹੈ। ਇਹਦਾ ਸਾਰਾ ਨਾਮ ਨਹੀਂ ਯਾਦ ਹੁੰਦਾ, ਅਗਲਾ ਨਾਮ ਮੈਂ ਤਾਂ ਜਮੇ ਹੀ ਸੌਖਾ ਯਾਦ ਕਰਾਉਣਾ। ਬਾਰਬੋਰਾ ਪੈਂਦਾ, ਬਾਰਬੋਰਾ, ਬਾਰਬੋਰਾ ਤੁਸੀਂ ਬਾਰਬਰ ਤੋਂ ਯਾਦ ਰੱਖ ਸਕਦੇ ਹੋ। ਸਟਰਾਈਕੋਵਾ ਪਿੱਛੇ ਪੈਂਦਾ ਇਹਨਾਂ ਦੇ, ਸਟਰਾਈਕੋਵਾ, ਤੁਸੀਂ ਬਾਰਬੋਰਾ ਯਾਦ ਰੱਖੋ। ਦੇਖੋ ਹੁਣ ਤੁਹਾਨੂੰ ਦੋਨੇ ਯਾਦ ਕਰਾ ਦਿੰਦੀ ਹਾਂ ਮੈਂ, ਮੈਨ ਸਿੰਗਲ ਅਤੇ ਮੈਨ ਵਿਮਨ ਸਿੰਗਲ, ਦੋਨੇ ਯਾਦ ਰਹਿਣਗੇ, ਸੌਖੇ ਨੇ। ਨੋਵਾਕ ਡਜੋਕੋਵਿਚ ਤਾਂ ਬਹੁਤ ਵਾਰ ਤੁਸੀਂ ਸੁਣਿਆ ਹੋਊਗਾ ਜੇ ਤੁਸੀਂ ਕਦੇ ਵੀ ਕਰੰਟ ਅਫੇਅਰ ਕੀਤਾ। ਰਹਿ ਗਈ ਗੱਲ ਮੈਨ ਡਬਲਸ ਦੀ, ਤਾਂ ਇੱਕ ਦੇ ਮੂਹਰੇ ਹਾਰ ਪੈਂਦਾ, ਇੱਕ ਦੇ ਮੂਹਰੇ ਮਾਰ ਪੈਂਦਾ। ਵਿਮਨ ਦੀ ਗੱਲ ਜੇ ਮੈਂ ਕਰਾਂ ਤਾਂ ਸੂਵੀਆਈ ਤੋਂ ਇੱਕ ਤੁਹਾਨੂੰ ਯਾਦ ਕਰਾਇਆ ਮੈਂ, ਦੂਜੇ ਦੇ ਮੂਹਰੇ ਬਾਰਬੋਰਾ ਪੈਂਦਾ। ਆਰਾਮ ਨਾਲ ਤੁਹਾਨੂੰ ਯਾਦ ਰਹਿ ਜਾਣਗੇ, ਇਸ ਤੋਂ ਬਾਅਦ ਇਹਨੂੰ ਬਿਲਕੁਲ ਵੀ ਤੁਸੀਂ ਭੁੱਲਣਾ ਨਹੀਂ ਹੈਗਾ। ਕਲੀਅਰ ਹੈ ਜੀ। ਨੈਕਸਟ ਨਿਊਜ਼ ਹੈਗੀ ਆਪਣੀ ਔਬਚਰੀ ਤੋਂ। ਔਬਚਰੀ ਤੋਂ ਦੇਖੋ ਅੰਗਰੀਟਾ, ਇਹ ਪਾਸਡ ਅਵੇ ਹੋ ਗਏ। ਕੌਣ ਨੇ ਇਹ? ਨੇਪਾਲ ਦੇ ਗ੍ਰੇਟ ਮਾਊਂਟੇਨੀਅਰ ਨੇ, ਨੇਪਾਲ ਦੇ ਹੈਗੇ, ਕਿੱਥੋਂ ਦੇ ਨੇ? ਨੇਪਾਲ ਦੇ। ਅੱਛਾ, ਕੌਣ ਨੇ? ਗ੍ਰੇਟ ਮਾਊਂਟੇਨੀਅਰ ਨੇ, ਮਤਲਬ ਮਾਊਂਟੇਨ 'ਤੇ ਚੜ੍ਹਨ ਵਾਲੇ ਨੇ, ਮਾਊਂਟੇਨੀਅਰ ਨੇ, ਠੀਕ ਹੈ। ਇਹਨਾਂ ਨੇ 10 ਵਾਰ ਕਿਹਨੂੰ ਕਲਾਈਂਬ ਕੀਤਾ, ਕੀ ਚੜ੍ਹੇ ਨੇ? ਮਾਊਂਟ ਐਵਰੈਸਟ, ਮਾਊਂਟ ਐਵਰੈਸਟ। ਇਹਨਾਂ ਦਾ ਗਰੀਜ਼ ਬੁੱਕ ਦੇ ਵਿੱਚ ਨਾਮ ਵੀ ਦਰਜ ਹੈ, ਗਰੀਜ਼ ਵਰਲਡ ਰਿਕਾਰਡ ਵੀ ਇਹਨਾਂ ਨੇ ਕਾਇਮ ਕੀਤਾ, ਕਿਉਂਕਿ ਇਹ ਇੱਕ ਵਾਰੀ ਵਿਦਾਊਟ, ਜਿਵੇਂ ਆਕਸੀਜਨ ਤੋਂ ਹੁੰਦਾ ਨਾ, ਉਹ ਤੋਂ ਵੀ ਚੜ੍ਹ ਗਏ ਸੀਗੇ, ਲਾਈਕ ਆਕਸੀਜਨ ਸਿਲੰਡਰ ਹੁੰਦਾ ਹੈਗਾ, ਉਹ ਤੋਂ ਬਿਨਾਂ ਵੀ ਚੜ੍ਹ ਗਏ ਸੀ। ਇਹਦੇ ਕਰਕੇ ਕੀ ਹੈਗਾ, ਇਹਨਾਂ ਦਾ ਗਨੀਜ਼ ਬੁੱਕ ਦੇ ਵਿੱਚ ਵੀ ਨਾਮ ਦਰਜ ਹੈ, ਇਹ ਵੀ ਯਾਦ ਰੱਖਣਾ। ਇਹਨਾਂ ਨੂੰ ਇੱਕ ਸਨੋ ਲੈਪਰਡ ਵੀ ਕਿਹਾ ਜਾਂਦਾ, ਇਹ ਪੁੱਛ ਸਕਦੇ ਨੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੋਰ? ਸਨੋ ਲੈਪਰਡ। ਤਾਂ ਇਹ ਸਾਰੇ ਦੇ ਸਾਰੇ ਪੁਆਇੰਟ ਤੁਸੀਂ ਅੰਗਰੀਟਾ ਤੋਂ ਯਾਦ ਰੱਖਣੇ ਨੇ। ਇੱਕ ਵਾਰ ਇਮੇਜ ਜ਼ਰੂਰ ਸਰਚ ਕਰਕੇ ਇਹਨਾਂ ਦੀ ਦੇਖਿਓ ਗੂਗਲ ਦੇ ਉੱਤੇ। ਕਲੀਅਰ ਹੈ ਜੀ। ਇਮੇਜ ਮੀਨਸ ਕੀ ਹੈ, ਕੁਛ ਨਾ ਕੁਛ ਫੈਕਟ ਤੁਹਾਨੂੰ ਵਧੀਆ ਤਾਂ ਮਿਲੂਗਾ ਹੀ ਇਹਨਾਂ ਦੇ ਰਿਲੇਟਡ, ਤਾਂ ਪੜ੍ਹਨਾ ਜ਼ਰੂਰੀ ਹੈ, ਪੜ੍ਹ ਲਿਓ। ਸਟੈਟਿਕ ਇਨਫੋਰਮੇਸ਼ਨ ਦੇ ਵਿੱਚ ਵੀ ਕਦੇ ਨਾ ਕਦੇ ਤੁਸੀਂ ਇਹਨਾਂ ਦਾ ਨੇਮ ਪੜ੍ਹਿਆ ਹੀ ਹੋਊਗਾ, ਹੈ ਨਾ। ਤਾਂ ਇਹ ਯਾਦ ਰੱਖ ਲੈਣਾ ਤੁਸੀਂ, ਕਲੀਅਰ ਕੱਟ। ਚਲੋ ਫਟਾਫਟ 1 ਮਿੰਟ ਦੇ ਵਿੱਚ ਮੈਂ ਤੁਹਾਡੀ ਰਿਵੀਜ਼ਨ ਕਰਾ ਦਿੰਦੀ ਹਾਂ ਆਪਾਂ ਕੀ ਕੀ ਕੀਤਾ। 22 ਸੈਪਟੰਬਰ ਤੋਂ ਆਪਾਂ ਕੀਤਾ ਵਰਲਡ ਰੋਜ਼ ਡੇ ਅਤੇ ਵਰਲਡ ਰਹੀਨੋ ਡੇ। ਮੈਂ ਕਿਹਾ 22 ਮਤਲਬ 2, ਤਾਂ 2 ਤੋਂ 2 ਆਰ ਤੋਂ ਰਹੀਨੋ ਅਤੇ ਰੋਜ਼ ਯਾਦ ਰਹਿ ਜੂਗਾ। 19 ਸੈਪਟੰਬਰ ਤੋਂ ਮਤਲਬ ਕਿ 3rd ਸੈਟਰਡੇ ਨੂੰ 2 ਡੇ ਮਨਾਏ ਗਏ, ਹੈ ਨਾ। ਇੱਕ ਤਾਂ ਰੈੱਡ ਪਾਂਡਾ, ਇੱਕ ਤੁਹਾਨੂੰ ਹੋਰ ਕਰਵਾਇਆ ਸੀਗਾ। ਅੱਛਾ, ਨੈਸ਼ਨਲ ਨਿਊਜ਼ ਦੇ ਵਿੱਚ ਘਰ ਤੱਕ ਫਾਈਬਰ ਸਕੀਮ ਹੈ ਜਿਹੜੀ, ਅਤੇ 9 ਪ੍ਰੋਜੈਕਟ ਨੇ ਬਿਹਾਰ ਦੇ ਵਿੱਚ ਮੋਦੀ ਜੀ ਨੇ ਲਾਂਚ ਕੀਤੇ ਨੇ। ਸਾਰੇ ਬਾਰੇ ਦੱਸਤਾ ਕਿ ਆਪਟੀਕਲ ਫਾਈਬਰ ਨੈਟਵਰਕਿੰਗ ਨਾਲ ਕਾਫੀ ਸਾਰੇ ਪਿੰਡਾਂ ਨੂੰ ਜੋੜਿਆ ਜਾਊਗਾ।
ਜੰਮੂ ਐਂਡ ਕਸ਼ਮੀਰ ਨੇ ਜਿਹੜਾ ਇਹ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਜ਼ਮੀਨਾਂ ਦੀ ਔਨਲਾਈਨ ਜਿਹੜਾ ਮਤਲਬ ਡਾਟਾ ਚੜ੍ਹਾਉਣ ਦੇ ਲਈ ਹੈ ਨਾ। ਅੱਛਾ, ਇਹ ਨਾਰਦਰਨ ਈਸਟਰਨ ਦਾ ਜਿਹੜਾ ਫੈਸਟੀਵਲ ਹੈਗਾ 27 ਸਤੰਬਰ ਤੋਂ ਸ਼ੁਰੂ ਹੈ। ਅਮਿਤ ਸ਼ਾਹ ਜੀ ਇਨੈਗੋਰੇਟ ਕਰਨਗੇ। ਇਹਦਾ ਲੋਗੋ ਤੇ ਥੀਮ ਸੌਂਗ ਹੈ ਜਤਿੰਦਰ ਸਿੰਘ ਜੀ ਨੇ ਕੀਤਾ ਹੈਗਾ, ਲਾਂਚ ਕੀਤਾ, ਰਿਲੀਜ਼ ਕੀਤਾ ਰੀਸੈਂਟਲੀ, ਤੇ ਇਹ ਹੈ ਜਿਹੜਾ ਇਹਦੇ ਕਲਚਰ ਨੂੰ ਡਿਨੋਟ ਕਰੂਗਾ। ਫਸਟ ਐਵਰ ਜਿਹੜੀ ਆਪਣੀ ਫੇਰੀ ਹੈ ਮਾਲਦੀਵਜ਼ ਨਾਲ ਚਲਾਈ ਗਈ ਇੰਡੀਆ ਦੀ, ਤਾਂ ਉਹ ਵੀ ਯਾਦ ਰੱਖਣਾ, ਤੇ ਰਿਲੇਟਡ ਫੈਕਟ ਕਿਹੜੀ ਕਿਹੜੀ ਪੋਰਟ ਨੂੰ ਜੋੜੂਗਾ। ਹੋ ਗਿਆ ਇਹ। ਅੱਛਾ, ਨੈਕਸਟ ਇਟਾਲੀਅਨ ਓਪਨ। ਅੱਛਾ, ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਮੈਨ ਸਿੰਗਲ ਦਾ ਖਿਤਾਬ ਨੋਵਾਕ ਡਜੋਵਿਕ ਨੇ ਜਿੱਤਿਆ, ਯਾਦ ਹੋ ਗਿਆ ਈਜ਼ੀਲੀ। ਅੱਛਾ, ਆਸਟ੍ਰੇਲੀਅਨ ਓਪਨ ਵੀ ਇਹਨਾਂ ਨੇ ਜਿੱਤਿਆ ਸੀ। ਵਿਮਨ ਸਿੰਗਲ ਦਾ ਨਾਮ ਵੀ ਸੌਖਾ ਹੈ, ਸਿਮੋਨਾ ਹੈਲਪ। ਅਤੇ ਜੇ ਆਪਾਂ ਮੈਨ ਡਬਲ ਦੀ ਗੱਲ ਕਰੀਏ, ਇੱਕ ਦੇ ਮੂਹਰੇ ਮਾਰ, ਦੂਜੇ ਦੇ ਮੂਹਰੇ ਹਾਰ ਪੈਂਦਾ, ਬਸ ਇੱਦਾਂ ਯਾਦ ਰਹਿ ਜਾਊਗਾ, ਕਿਉਂਕਿ ਆਪਾਂ ਆਪਸ਼ਨ ਟਿਕ ਕਰਨੀ, ਆਪਾਂ ਐਸੇ ਨਹੀਂ ਲਿਖ ਕੇ ਆਉਣਾ ਪੇਪਰ 'ਚ। ਵਿਮਨ ਡਬਲਸ ਦੇ ਵਿੱਚ ਸੂਵੀਆਈ ਤੋਂ ਕਰਾਇਆ ਸੀ, ਅਤੇ ਦੂਜੇ ਦੇ ਮੂਹਰੇ ਬਾਰਬੋਰਾ ਪੈਂਦਾ, ਬਸ ਐਵੇਂ ਹੀ ਯਾਦ ਕਰ ਲਿਆ ਕਰੋ, ਬੜਾ ਉਲਝਣ ਦੀ ਲੋੜ ਨਹੀਂ। ਕਰੰਟ ਅਫੇਅਰ ਨੂੰ ਪਤਾ ਆਪਾਂ ਆਪ ਹੀ ਹਊਆ ਬਣਾ ਲੈਂਦੇ, ਐਡਾ ਹਊਆ ਹੁੰਦਾ ਨਹੀਂ ਹੈਗਾ। ਅੰਗਰੀਟਾ ਇਹ ਪਾਸਡ ਅਵੇ ਹੋ ਗਏ, ਨੇਪਾਲ ਦੇ ਗ੍ਰੇਟ ਮਾਊਂਟੇਨੀਅਰ ਸੀਗੇ, 10 ਵਾਰੀ ਕਲਾਈਮ ਕੀਤਾ ਇਹਨਾਂ ਨੇ, ਸਨੋ ਲੈਪਰਡ ਇਹਨਾਂ ਨੂੰ ਕਿਹਾ ਜਾਂਦਾ। ਕਲੀਅਰ ਹੈ। ਅੱਛਾ ਜੀ, ਲਾਸਟ ਡੇ ਦੇ ਕੁਐਸਚਨਸ ਦੀ ਆਪਾਂ ਗੱਲ ਕਰਦੇ ਹਾਂ। ਮੁੱਖ ਮੰਤਰੀ ਉਤਕਰਸ਼ ਯੋਜਨਾ ਰੀਸੈਂਟਲੀ ਸਟਾਰਟਡ ਬਾਏ ਵਿਚ ਸਟੇਟ। ਜਿਹੜੀ ਮੁੱਖ ਮੰਤਰੀ ਉਤਕਰਸ਼ ਯੋਜਨਾ ਹੈ ਇਹ ਰੀਸੈਂਟਲੀ ਕਿਹੜੀ ਸਟੇਟ ਨੇ ਸਟਾਰਟ ਕੀਤੀ ਹੈ? ਕੁਐਸਚਨ ਤੁਹਾਡਾ ਇਹ ਹੈ। ਆਪਸ਼ਨ ਏ ਇਜ਼ ਤਾਮਿਲਨਾਡੂ, ਬੀ ਇਜ਼ ਕੇਰਲਾ, ਸੀ ਇਜ਼ ਤੇਲੰਗਾਨਾ ਐਂਡ ਡੀ ਇਜ਼ ਗੁਜਰਾਤ ਹੈ। ਇਹਦਾ ਜਿਹੜਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ ਡੀ, ਗੁਜਰਾਤ। ਇਹ ਇੰਟਰਸਟ ਫ੍ਰੀ ਲੋਨਸ ਹੈ ਜਿਹੜੇ ਪ੍ਰੋਵਾਈਡ ਕਰਨ ਦੇ ਲਈ ਹੈ, ਕਿਹਨੂੰ? ਵਿਮਨ ਦੇ ਗਰੁੱਪਸ ਨੇ ਜਿਹੜੇ ਸਟੇਟਸ ਦੇ ਵਿੱਚ, ਠੀਕ ਹੈ। 1 ਲੱਖ ਗਰੁੱਪ ਇਹਦੇ ਥਰੂ ਬਣਾਏ ਜਾਣਗੇ, 1 ਲੱਖ ਗਰੁੱਪ ਬਣਾਏ ਜਾਣਗੇ, ਠੀਕ ਹੈ। ਕਿਸੇ ਨੇ ਨਾ ਕਮੈਂਟ ਦੇ ਵਿੱਚ, ਮੈਨੂੰ ਨਾਮ ਤਾਂ ਨਹੀਂ ਧਿਆਨ 'ਚ ਹੈਗਾ ਕੀ ਸੀ ਜਾਂ ਨਹੀਂ ਉਹਨਾਂ ਦਾ, ਉਹਨਾਂ ਨੇ ਡਿਟੇਲ ਵੀ ਦੱਸੀ ਸੀਗੀ ਕਿ ਇਹਦੇ ਵਿੱਚ ਇਹ ਸਕੀਮ ਦੇ ਵਿੱਚ ਇਹ ਹੋਊਗਾ। ਮੈਨੂੰ ਬੜਾ ਵਧੀਆ ਲੱਗਿਆ, ਕਿਉਂਕਿ ਜੇ ਕਿਸੇ ਪਰਸਨ ਨੂੰ ਇਕੱਲਾ ਗੁਜਰਾਤ ਯਾਦ ਹੈ, ਡਿਟੇਲ ਨਹੀਂ ਯਾਦ ਨਾ, ਅਗਲਾ ਬੰਦਾ ਕਮੈਂਟ ਪੜੂਗਾ ਉਹਨੂੰ ਵੈਸੇ ਹੀ ਯਾਦ ਹੋ ਜਾਣਾ ਹੈ ਨਾ। ਤਾਂ ਤੁਸੀਂ ਕਮੈਂਟ ਦੇ ਵਿੱਚ ਡਿਟੇਲ ਆਪਣੇ ਆਪ ਲਿਖ ਦਿਆ ਕਰੋ ਮੇਰੇ ਬਿਨਾਂ ਕਹੇ। ਤਾਂ 50,000 ਦੇ ਵਿੱਚ ਵੰਡਿਆ ਜਾਊਗਾ, 50,000 ਪਿੰਡਾਂ ਲਈ ਅਤੇ 50,000 ਸ਼ਹਿਰਾਂ ਲਈ, ਠੀਕ ਹੈ। ਜੁਆਇੰਟ ਲਿਬਿਲਟੀ ਅਰਨਿੰਗ ਗਰੁੱਪਸ ਇਹਨਾਂ ਨੂੰ ਬੋਲਦੇ ਆ। ਤਾਂ ਯਾਦ ਰੱਖਣਾ ਗੁਜਰਾਤ ਤੋਂ ਹੋਰ ਕੀ ਯਾਦ ਰੱਖ ਸਕਦੇ ਹੋ? ਗਿਰ ਨੈਸ਼ਨਲ ਪਾਰਕ ਇੱਥੇ ਹੈ, ਸਭ ਤੋਂ ਵੱਧ ਕੋਸਟਲ ਲਾਈਨ ਹੈ ਜਿਹੜੀ ਇੱਥੇ ਦੀ ਹੈ, ਠੀਕ ਹੈ। ਤਾਂ ਇਹ ਸਾਰਾ ਕੁਛ ਗੁਜਰਾਤ ਤੋਂ ਯਾਦ ਰੱਖ ਲਿਓ। ਵਿਚ ਆਫ ਦੀ ਫੋਲੋਇੰਗ ਡੇ ਸੈਲੀਬ੍ਰੇਟਡ ਔਨ 18 ਸਤੰਬਰ। 18 ਸਤੰਬਰ ਨੂੰ ਹੇਠ ਲਿਖਿਆਂ ਵਿੱਚੋਂ ਕਿਹੜਾ ਦਿਨ ਮਨਾਇਆ ਜਾਂਦਾ? ਵਰਲਡ ਬੈਂਬੋ ਡੇ, ਵਰਲਡ ਵਾਟਰ ਮੋਨੀਟਰਿੰਗ ਡੇ, ਇੰਟਰਨੈਸ਼ਨਲ ਇਕੁਅਲ ਪੇ ਡੇ, ਆਲ ਆਫ ਅਬਵ। ਜਿਹਨੇ ਲੈਕਚਰ ਵੀ ਧਿਆਨ ਨਾਲ ਦੇਖਿਆ ਉਹ ਵੀ ਇਹਦਾ ਆਨਸਰ ਆਰਾਮ ਨਾਲ ਲਾ ਦੂਗਾ। ਮੈਂ ਤੁਹਾਨੂੰ ਯਾਦ ਕਰਾਇਆ ਕਿ ਬੈਂਬੋ ਨੂੰ ਵਾਟਰ ਹੈ ਜਿਹੜਾ ਇਕੁਅਲੀ ਦੇਣਾ ਹੈ ਨਾ, ਤਾਂ ਬਸ ਬੈਂਬੋ ਵਾਟਰ ਇਕੁਅਲੀ 3 ਡੇ ਹੋ ਗਏ। ਕਦੋਂ? 18 ਸਤੰਬਰ ਨੂੰ। ਬਿਲਕੁਲ ਨਹੀਂ ਭੁੱਲਣ ਦਿੰਦੀ ਤੁਹਾਨੂੰ ਕਰੰਟ ਅਫੇਅਰਸ, ਬਸ ਕੰਟੀਨਿਊ ਰੱਖਿਓ। ਅਤੇ ਇੰਨਾ ਕੁ ਐਫਰਟ ਇੰਨੇ ਕੁ ਐਫਰਟ ਦਾ ਨਾ ਇੰਨਾ ਕੁ ਮੁੱਲ ਪਾ ਦਿਆ ਕਰੋ ਤੁਸੀਂ, ਕਿ ਸ਼ੇਅਰ ਕਰ ਦਿਆ ਕਰੋ ਪਲੀਜ਼ ਸ਼ੇਅਰ ਕਰ ਦਿਆ ਕਰੋ, ਠੀਕ ਹੈ। ਕੁਐਸਚਨ ਆਫ ਦੀ ਡੇ, ਰੀਸੈਂਟਲੀ ਵੀਚੈਟ ਐਂਡ ਟਿਕਟੋਕ ਬੈਨਡ ਬਾਏ ਵਿਚ ਕੰਟਰੀ। ਰੀਸੈਂਟ ਦੇ ਵਿੱਚ ਵੀਚੈਟ ਅਤੇ ਆਪਣਾ ਟਿਕਟੋਕ ਹੈ ਜਿਹੜਾ ਬੈਨ ਕਿਹੜੀ ਕੰਟਰੀ ਨੇ ਕੀਤਾ? ਜਾਪਾਨ ਨੇ, ਰਸ਼ੀਆ ਨੇ, ਇੰਡੀਆ ਨੇ, ਜਾਂ ਫਿਰ ਅਮੈਰੀਕਾ ਨੇ। ਇਹਦਾ ਆਨਸਰ ਤਾਂ ਤੁਸੀਂ ਦੱਸਣਾ ਹੀ ਦੱਸਣਾ। ਉਸ ਕੰਟਰੀ ਬਾਰੇ ਜੇ ਕੋਈ ਪ੍ਰੀਵੀਅਸ ਦੇ ਵਿੱਚ ਮੈਂ ਤੁਹਾਨੂੰ ਨਿਊਜ਼ ਕਰਾਈ ਹੋਈ ਉਹ ਵੀ ਦੱਸ ਕੇ ਜਾਈਓ, ਅਤੇ ਉਹਦੇ ਨਾਲ ਰਿਲੇਟਡ ਸਟੈਟਿਕ ਫੈਕਟ ਵੀ, ਕਿਉਂਕਿ ਜੇ ਇਕੱਲਾ ਮੈਂ ਨਿਰਾ ਪੂਰਾ ਰਿਵਾਈਜ਼ ਕਰਾਈ ਜਾਊਂਗੀ ਕੁਛ ਨਹੀਂ ਹੁੰਦਾ ਉਹਦੇ ਨਾਲ, ਜੇ ਤੁਸੀਂ ਖੁਦ ਐਫਰਟ ਨਹੀਂ ਕਰ ਰਹੇ ਤਾਂ। ਕਿ 2 ਮਿੰਟ ਲੱਗਦੇ ਨਹੀਂ ਤੁਹਾਨੂੰ ਟਾਈਪ ਕਰਨ ਦੇ ਵਿੱਚ, ਮੈਂ ਇੰਨਾ ਟਾਈਮ ਕੱਢ ਕੇ ਤੁਹਾਨੂੰ ਰਿਵਾਈਜ਼ ਕਰਾ ਸਕਦੀ ਹਾਂ ਸਾਰੀਆਂ ਪਿਛਲੀਆਂ ਵੀਡੀਓਜ਼, ਪਿਛਲੀਆਂ ਨਿਊਜ਼ ਇਕੱਠੀਆਂ ਕਰ ਕਰਕੇ, ਹੈ ਨਾ। ਤੁਹਾਨੂੰ ਵੀ ਪਤਾ ਵੀ ਜਿਹੜੀ ਇੱਕ ਨਿਊਜ਼ ਗੁਜਰਾਤ ਤੋਂ ਅੱਜ ਕਰਾਤੀ ਅਤੇ 1 ਮਹੀਨਾ ਪਹਿਲਾਂ ਵਾਲੀ, ਉਹ ਕਲੈਕਟ ਕਰਨੀ, ਯਾਦ ਰੱਖਣੀ ਵੀ ਔਖੀ ਹੁੰਦੀ ਹੈ। ਬਟ ਮੈਂ ਤੁਹਾਡੇ ਲਈ ਐਫਰਟ ਕਰਦੀ ਹਾਂ ਇਹ, ਅਤੇ ਤੁਸੀਂ 2 ਮਿੰਟ ਕੱਢ ਕੇ ਟਾਈਪ ਨਹੀਂ ਕਰ ਸਕਦੇ, 2 ਮਿੰਟ ਕੱਢ ਕੇ ਸ਼ੇਅਰ ਨਹੀਂ ਕਰ ਸਕਦੇ ਵੀਡੀਓ ਨੂੰ। ਤਾਂ ਚਲੋ ਲਿਖ ਕੇ ਜਾਈਓ, ਠੀਕ ਹੈ, ਜੋ ਵੀ ਤੁਸੀਂ ਤੁਹਾਨੂੰ ਪੁੱਛੀ ਆ। ਵਿਚ ਕੰਟਰੀ ਟੋਪਸ ਇਨ ਗਲੋਬਲ ਸਮਾਰਟ ਸਿਟੀ ਇੰਡੈਕਸ 2020। ਹਾਂਜੀ, ਜਿਹੜਾ ਗਲੋਬਲ ਸਮਾਰਟ ਸਿਟੀ ਇੰਡੈਕਸ 2020 ਹੈ, ਇਹਨੂੰ ਕਿਹੜੀ ਕੰਟਰੀ ਨੇ ਟੌਪ ਕੀਤਾ ਹੈ? ਹੈਲਸਿੰਕੀ, ਜ਼ਿਊਰਿਕ, ਆਪਣਾ ਸਿੰਗਾਪੁਰ ਐਂਡ US। ਤਾਂ ਇਹਦਾ ਕਰੈਕਟ ਆਨਸਰ ਤੁਸੀਂ ਦੱਸ ਕੇ ਜਾਈਓ ਮੈਨੂੰ ਕੀ ਹੈਗਾ, ਠੀਕ ਹੈ। ਤਾਂ ਚਲੋ ਜੀ, ਇਹ ਤੁਹਾਡੀ ਕਨਵੀਨੀਅੰਸ ਲਈ ਮੈਂ ਸਲਾਈਡ ਐਡ ਕੀਤੀ ਹੈਗੀ। ਆਪਾਂ CM ਚੱਲ ਰਹੀ ਹੈ ਨਾ ਆਪਣੀ ਸੀਰੀਜ਼ CM ਦੀ, ਤਾਂ ਇਹ ਸਾਰੇ CM ਤੁਸੀਂ ਯਾਦ ਰੱਖਣੇ ਨੇ। ਅੱਛਾ, ਇੱਕ ਅੱਧਾ ਮੈਂ ਛੱਡ ਦਿੰਦੀ ਹੁੰਦੀ ਹਾਂ ਵੀ ਜਿਹੜਾ ਮੈਨੂੰ ਐਂ ਲੱਗਦਾ, ਹੁਣ ਜਿਵੇਂ ਮੰਨ ਲਓ ਪੰਜਾਬ ਦੇ CM ਹੈ, ਮੈਂ ਤੁਹਾਨੂੰ ਕੀ ਲਿਖਵਾਵਾਂ ਵੀ ਕੈਪਟਨ ਅਮਰਿੰਦਰ ਸਿੰਘ ਹੈ। ਹੁਣ ਇੰਨਾ ਤਾਂ ਤੁਹਾਨੂੰ ਅਵੇਅਰ ਹੋਣਾ ਚਾਹੀਦਾ ਜੇ ਤੁਸੀਂ ਪੜ੍ਹ ਰਹੇ ਹੋ। ਮੈਂ ਪੰਜਾਬ ਦਾ ਐਡ ਨਹੀਂ ਕੀਤਾ ਹੈਗਾ ਇਹਦੇ ਵਿੱਚ, ਤਾਂ ਠੀਕ ਹੈ। ਤਾਂ ਯਾਦ ਰੱਖਣਾ ਇਹ ਤੁਸੀਂ ਖੁਦ ਹੀ। ਤਾਂ ਇੱਥੋਂ ਤੱਕ ਮੈਂ ਦੇਖੋ ਉੜੀਸਾ ਤੱਕ ਆਈ ਥਿੰਕ ਸੋ ਤੁਹਾਨੂੰ ਮੈਂ ਕਰਵਾਏ ਹੋਏ ਨੇ। ਹਾਂਜੀ, ਇੱਥੋਂ ਤੱਕ ਕਰਵਾਏ ਹੋਏ ਨੇ। ਆਹ 4 ਮੈਂ ਐਡ ਕੀਤੇ ਨੇ ਅੱਜ। ਪੁਡੂਚੇਰੀ ਦੇ ਜਿਹੜੇ CM ਨੇ ਦੈਟ ਇਜ਼ ਨਾਰਾਇਣ ਸਵਾਮੀ, ਯਾਦ ਰੱਖਣਾ ਹੈ। ਰਾਜਸਥਾਨ ਦੇ ਕਾਫੀ ਵਾਰ ਨਿਊਜ਼ ਦੇ ਵਿੱਚ ਆਪਾਂ ਕੀਤਾ ਹੈ ਨਾ, ਅਸ਼ੋਕ ਗਹਿਲੋਟ। ਸਿੱਕਿਮ ਦੇ ਨਹੀਂ ਆਏ ਹੈ ਨਾ, ਮੈਨੂੰ ਲੱਗਦਾ ਨਹੀਂ ਹੈਗਾ ਅਜੇ ਤੱਕ, ਆਪਾਂ 1 ਅੱਧੀ ਵਾਰ ਭਾਵੇਂ ਕੀਤਾ ਹੋਵੇ, ਯਾਦ ਰੱਖ ਲਿਓ।
ਪ੍ਰੇਮ ਸਿੰਘ ਤਾਮੰਗ, ਤਾਮਿਲਨਾਡੂ ਦੇ ਇਡਾਪੱਟੀ ਕੇ ਪਲਨ ਸਵਾਮੀ। ਦੇਖੋ ਤਾਮਿਲਨਾਡੂ ਤੇ ਯਾਦ ਰੱਖਣਾ ਬੜਾ ਈਜ਼ੀ ਹੈ। ਤਾਮਿਲਨਾਡੂ ਹੋਰ ਹੀ ਚੇਨਈ, ਇਹਨਾਂ ਦੇ ਥੋੜ੍ਹੇ ਨਾਮ ਦੇ ਹੋਰ ਹਿਸਾਬ ਦੇ ਹੁੰਦੇ ਨੇ, ਅਯਰ ਹੈ ਨਾ, ਇਡਾਪੱਟੀ ਕੇ ਪਲਨ ਸਵਾਮੀ। ਦੇਖੋ ਇਹੋ ਜਿਹਾ ਨਾਮ ਆਪਣੇ ਤਾਂ ਹੋ ਨਹੀਂ ਸਕਦਾ, ਗਰੰਟੀ ਹੈ ਨਾ। ਤਾਂ ਤਾਮਿਲਨਾਡੂ ਸਾਈਡ ਪੱਕਾ ਹੋ ਸਕਦਾ। ਤਾਂ ਥੋੜ੍ਹਾ ਜਿਹਾ ਨਾ ਮਤਲਬ ਅਵੇਅਰਨੈਸ ਕਿ ਇੱਦਾਂ ਦੀ ਲੈਂਗੁਏਜ ਉੱਧਰਲੀ ਹੈ ਤਾਂ ਹੋ ਸਕਦਾ। ਜਿਵੇਂ ਆਪਾਂ ਚਾਈਨਾ ਤੋਂ ਕੁਛ ਪੜ੍ਹਦੇ ਹਾਂ, ਹਾਂ ਹੂੰ ਹੀ ਹਾਂ, ਇਹੋ ਜਿਹਾ ਕੁਛ ਚਾਈਨਾ ਤੋਂ ਹੁੰਦਾ ਹੈ ਨਾ, ਆਪਣੇ ਤਾਂ ਨਹੀਂ ਹੁੰਦਾ ਹੈਗਾ। ਤਾਂ ਥੋੜ੍ਹਾ ਜਿਹਾ ਮਤਲਬ ਉੱਦਾਂ ਵੀ ਧਿਆਨ ਰੱਖਿਆ ਕਰੋ ਕੁਛ ਚੀਜ਼ਾਂ ਦਾ। ਹਾਂਜੀ, ਹੋਪਸ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ। ਮੈਨੂੰ ਲੱਗਦਾ ਤੁਹਾਡੀ ਰਿਵੀਜ਼ਨ ਬਹੁਤ ਬੈਟਰ ਵੇ ਨਾਲ ਹੋ ਰਹੀ ਹੈ ਨਾ, ਤਾਂ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਮੈਕਸੀਮਮ ਪਰਸਨਸ ਤੱਕ, ਤਾਂ ਕਿ ਮੇਰਾ ਐਫਰਟ ਸ਼ੇਅਰ ਹੋ ਸਕੇ। ਜਿੰਨਾ ਕਿ ਐਫਰਟ ਮੈਂ ਤੁਹਾਡੇ ਲਈ ਕਰਦੀ ਹਾਂ, ਠੀਕ ਹੈ, ਅਤੇ ਉਹਨੂੰ ਥੋੜ੍ਹਾ ਮੁੱਲ ਪਾ ਦਿਆ ਕਰੋ ਹੈ ਨਾ ਉਹਦਾ। ਅਨਅਕੈਡਮੀ 'ਤੇ ਲਾਈਵ ਕਲਾਸਿਸ ਹੁੰਦੀਆਂ ਫਨਕਾਰ ਸਰ ਦੀਆਂ, ਐਜ਼ ਯੂ ਆਲਰੇਡੀ ਨੋ ਦੈਟ। ਤਾਂ ਉਹਨਾਂ ਕਲਾਸਿਸ ਨੂੰ ਵਿਜ਼ਿਟ ਜ਼ਰੂਰ ਕਰਨਾ, ਬਿਕੋਜ਼ ਸਰ ਇੰਨਾ ਵਧੀਆ ਪੜ੍ਹਾਉਂਦੇ ਨੇ, ਮਤਲਬ ਦੀ ਬੈਸਟ ਟੀਚਰ ਆਈ ਥਿੰਕ ਸੋ ਹੈ ਨਾ, ਇਨ ਪੰਜਾਬ ਬੈਸਟ ਟੀਚਰ ਹੈ ਸਰ। ਤਾਂ ਇਹਨਾਂ ਦੇ ਲੈਕਚਰ ਜ਼ਰੂਰ ਦੇਖਿਆ ਕਰੋ, ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲੂਗਾ, ਫੁੱਲ ਆਫ ਨੌਲੇਜ ਹੁੰਦੇ ਨੇ। ਤਾਂ ਇਹ ਨੰਬਰ ਹੈ ਉਹਨਾਂ ਦਾ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਕੁਛ ਡਾਊਟ ਲੱਗਦਾ, ਕੋਈ ਵੀ ਤੁਸੀਂ ਗੱਲ, ਕੋਈ ਤੁਹਾਡੀ ਕੁਐਰੀ ਹੈ ਨਾ, ਤੁਸੀਂ ਨੰਬਰ 'ਤੇ ਵਟਸਐਪ ਕਰ ਸਕਦੇ ਹੋ। ਕਾਲ ਨਾ ਕਰਿਓ, ਲੱਗਣੀ ਨਹੀਂ, ਵਟਸਐਪ ਕਰ ਲਿਓ, ਠੀਕ ਹੈ। ਅੱਛਾ, ਇਸ ਤੋਂ ਇਲਾਵਾ ਆਪਣਾ ਡਿਸਕ੍ਰਿਪਸ਼ਨ ਬਾਕਸ ਚੈੱਕ ਕਰ ਲਿਓ, ਉਹਦੇ ਤੁਹਾਡੇ ਕੰਮ ਦੇ ਕਾਫੀ ਸਾਰੇ ਲਿੰਕਸ ਮਿਲ ਜਾਣਗੇ। ਟੈਲੀਗ੍ਰਾਮ ਗਰੁੱਪ ਹੈ, ਵਟਸਐਪ ਗਰੁੱਪ ਹੈ, ਜੁਆਇਨ ਕਰ ਲਿਓ। ਟੈਲੀਗ੍ਰਾਮ ਦੇ ਵਿੱਚ ਵੀ ਤੁਹਾਨੂੰ ਡੇਲੀ ਦੀ ਅਪਡੇਟ ਦਿੱਤੀ ਜਾਂਦੀ ਹੈ, ਚਾਹੇ ਉਹ ਵੀਡੀਓ ਅਨਅਕੈਡਮੀ ਦੀ ਹੋਵੇ ਜਾਂ ਫਿਰ ਯੂਟਿਊਬ ਦੀ ਹੋਵੇ। ਤਾਂ ਜੁਆਇਨ ਕਰ ਲੈਣਾ, ਠੀਕ ਹੈ, ਤੁਸੀਂ ਉਹਨਾਂ ਨੂੰ। ਤਾਂ ਪਲੇਲਿਸਟ ਚੈੱਕ ਕਰ ਲਿਆ ਕਰੋ ਚੈਨਲ ਦੇ ਉੱਤੇ ਜਾ ਕੇ, ਉੱਥੇ ਤੁਹਾਨੂੰ ਕਾਫੀ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਸਮ ਟਾਈਮ ਡੇਲੀ ਅਪਡੇਟ ਨਹੀਂ ਹੋ ਪਾਉਂਦੀ ਪਲੇਲਿਸਟ, ਤਾਂ ਤੁਸੀਂ ਕੀ ਕਰਿਆ ਕਰੋ ਨਾ, ਜਿੱਥੇ ਉੱਤੇ ਪਲੇਲਿਸਟ ਦੀ ਆਪਸ਼ਨ ਹੁੰਦੀ ਹੈ ਉਹਨੂੰ ਸਾਈਡ 'ਤੇ ਕਰੋਗੇ, ਥੋੜ੍ਹਾ ਉੱਪਰ ਵੀਡੀਓਜ਼ ਦੀ ਆਪਸ਼ਨ ਆਉਂਦੀ ਹੈ ਨਾ, ਵੀਡੀਓਜ਼ ਨੂੰ ਸਕਰੋਲ ਕਰਕੇ ਤੁਸੀਂ ਨੀਚੋਂ ਵੀਡੀਓਜ਼ ਲੱਭ ਸਕਦੇ, ਈਜ਼ੀਲੀ ਲੱਭ ਜਾਣ, ਕਿਉਂਕਿ ਆਪਣੀ ਡੇਲੀ ਅਪਲੋਡ ਹੁੰਦੀ ਹੈ ਨਾ। ਤਾਂ ਥੋੜ੍ਹਾ ਜਿਹਾ ਐਫਰਟ ਕਰ ਲਿਆ ਕਰੋ ਜੇ ਕਈ ਵਾਰ ਨਹੀਂ ਮਿਲਦੀ ਹੁੰਦੀ। ਬਾਕੀ ਮੈਸੇਜ ਕਰ ਦਿਆ ਕਰੋ, ਕੋਈ ਮੇਰਾ ਕਮੈਂਟ ਪਿੰਨ ਕਰਕੇ, ਤਾਂ ਕਦੋਂ ਵੀ ਮੈਨੂੰ ਮੈਸੇਜ ਆਉਂਦਾ ਮੈਂ ਰਿਪਲਾਈ ਕਰ ਦਿੰਦੀ ਹੁੰਦੀ ਹਾਂ YouTube 'ਤੇ, ਠੀਕ ਹੈ ਜੀ। ਥੈਂਕ ਯੂ ਸੋ ਮਚ, ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਹੋਪ ਸੋ ਵਧੀਆ ਲੱਗੀ ਹੋਊਗੀ ਤੁਹਾਨੂੰ। ਤਾਂ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰਕੇ ਆਨਸਰ ਦੇ ਕੇ ਜਾਈਓ, ਅਤੇ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ। ਥੈਂਕ ਯੂ।